ਤੁਹਾਡੇ ਮੈਂਟੋਰ ਨੇ ਜੀ ਸ਼੍ਰੀ ਸ਼੍ਰੀ ਰਵੀ ਸ਼ੰਕਰ ਜੀ, ਉਹਨਾਂ ਦੀ ਸਭ ਤੋਂ ਖੂਬਸੂਰਤ ਗੱਲ ਤੁਹਾਨੂੰ ਕੀ ਲੱਗਦੀ ਹੈ ਉਹ ਦੱਸ ਦਿਓ। ਮੈਂ ਜਦੋਂ ਪਹਿਲੀ ਵਾਰੀ ਉਹਨਾਂ ਦੇ ਸਨਿਧਿਆ 'ਚ ਬੈਠਿਆ ਸੀਗਾ ਤਾਂ ਮੈਂ ਬਹੁਤ ਸੋਚਿਆ ਸੀਗਾ ਮੈਂ ਆਹ ਸਵਾਲ ਪੁੱਛਾਂਗਾ ਉਹ ਸਵਾਲ ਪੁੱਛਾਂਗਾ, ਪਰ ਉਹਨਾਂ ਦੀ ਪ੍ਰੈਜ਼ੈਂਸ ਜਾ ਕੇ ਤੁਸੀਂ ਸਪੀਚਲੈਸ ਹੋ ਜਾਂਦੇ ਹੋ ਤੇ ਕੁਐਸਚਨਲੈਸ ਹੋ ਜਾਂਦੇ ਹੋ। ਔਰ ਉਹ ਮੇਰੇ ਇਕੱਲੇ ਦਾ ਹੀ ਨਹੀਂ ਸੀਗਾ ਐਕਸਪੀਰੀਅੰਸ, ਇਹ ਜੋ ਵੀ ਉਹਨਾਂ ਕੋਲ ਜਾ ਕੇ ਬਹਿ ਕੇ ਵਾਪਸ ਆਉਂਦਾ ਉਹਨਾਂ ਨੂੰ ਜਿੰਨੇ ਵੀ ਕੁਐਸਚਨ ਉਹਨਾਂ ਦਾ ਆਨਸਰ ਆਟੋਮੈਟਿਕਲੀ ਮਿਲ ਜਾਂਦਾ ਤੇ ਪੁੱਛਣ ਦਾ ਕੋਈ ਦਿਲ ਹੀ ਨਹੀਂ ਕਰਦਾ। ਉਹਦਾ ਜਿਹੜਾ ਸਾਨਿਧਿਆ ਮਿਲਣਾ ਆਪਣੇ ਆਪ 'ਚ ਬਹੁਤ ਵੱਡੀ ਗੱਲ ਹੈ। ਔਰ ਜੇ ਕਦੀ ਮਿਲ ਜਾਵੇ ਤੇ ਜਿਹੜੇ ਤੁਹਾਡੇ ਅੰਦਰ ਦਾ ਜਿਹੜਾ ਸਵੀਟ ਸਪੌਟ ਹੈ ਉਹਨੂੰ ਤੁਸੀਂ ਬਾਈ ਡਿਫਾਲਟ ਨੈਚੁਰਲੀ ਤੁਸੀਂ ਟੱਚ ਕਰਕੇ ਆਉਂਦੇ ਹੋ। ਜਦੋਂ ਤੁਹਾਡੀ ਲਾਈਫ ਦੇ ਵਿੱਚ ਟਰਾਂਸਫਾਰਮੇਸ਼ਨ ਆਈ ਹੈ, ਉਸ ਤੋਂ ਪਹਿਲਾਂ ਵਾਲਾ ਪਾਰਟ ਹੈ ਤੁਹਾਡਾ ਪਹਿਲਾ ਹਿੱਸਾ ਆ ਜਿਹੜਾ ਜ਼ਿੰਦਗੀ ਦਾ, ਤੇ ਆ ਦੂਜਾ ਹਿੱਸਾ ਆ, ਇਹਦੇ ਵਿੱਚ ਕਿੰਨਾ ਕੁ ਅੰਤਰ ਤੁਹਾਨੂੰ ਮਹਿਸੂਸ ਹੋ ਰਿਹਾ ਹੈ? ਬਹੁਤ ਜ਼ਿਆਦਾ। ਇਨਫੈਕਟ ਜਿਹੜੇ ਮੈਂ ਆਪਣੇ ਆਪ 'ਤੇ ਕੀ ਕਹਾਂ, ਜਿਹੜੇ ਮੇਰੇ ਆਸ-ਪਾਸ ਦੇ ਲੋਕ ਨੇ, ਜੋ ਮੇਰੇ ਪੁਰਾਣੇ ਫਰੈਂਡਸ ਨੇ 30 ਸਾਲ ਪੁਰਾਣੇ, ਉਹਨਾਂ ਦਾ ਆਬਜ਼ਰਵੇਸ਼ਨ ਮੇਰੇ ਬਾਰੇ ਹੈ ਕਿ ਵੀ ਸ਼ਾਇਦ ਉਹ ਰਵੀ ਜਿਹੜਾ ਉਹ ਤਾਂ ਹੈ ਹੀ ਨਹੀਂਗਾ ਹੁਣ, ਇਜ਼ ਨੋ ਮੋਰ ਨਾਓ। So there's a huge difference, not one but many transformations have happened, many realizations, बहुत realizations ਹੋਈਆਂ ਨੇ। ਔਰ ਸਪਿਰਿਚੁਅਲਿਟੀ ਦਾ ਪਾਥ ਜਿਹੜਾ ਹੈ ਉਹ ਭਰਿਆ ਹੋਇਆ ਹੈ ਮਾਈਰੇਕਲਸ ਨਾਲ, ਬਹੁਤ ਕੌਤਕ ਭਰੀ ਦੁਨੀਆ ਹੈ। ਸੋ ਇਹਦੇ 'ਤੇ ਚੱਲਣਾ ਜਿਹੜਾ ਹੈ ਉਹ ਪਹਿਲਾਂ ਸ਼ਾਇਦ ਥੋੜ੍ਹਾ ਜਿਹਾ ਕੋਈ ਸਪਿਰਿਚੁਅਲ ਬੂਟ ਕੈਂਪ ਦੇ ਥਰੂ ਨਿਕਲਣਾ ਪੈਂਦਾ ਹੈ। ਉਹ ਇੱਕ ਵਾਰੀ ਤੁਸੀਂ ਉੱਥੋਂ ਨਿਕਲ ਜਾਓ, ਦੈਨ ਸਲੋਲੀ ਜੇ ਤੁਸੀਂ ਕੰਮ ਕਰਦੇ ਰਹੋ। ਸਾਡੇ ਅੰਦਰ ਇੱਕ ਬਹੁਤ ਹੀ ਪਿਆਰੀ ਔਰ ਬਹੁਤ ਹੀ ਗਹਿਰੀ ਦੁਨੀਆ ਵਸੀ ਹੋਈ ਹੈ। ਤੋ ਇੱਕ ਵਾਰ ਤੁਸੀਂ ਉਹਦੇ ਨਾਲ ਟੱਚ 'ਚ ਆ ਜਾਓ ਅਤੇ ਉਹਦੇ ਨਾਲ ਤੁਹਾਡੇ ਅੰਦਰ ਜਿਹੜਾ ਉਹਦੀ ਜਿਹੜੀ ਨਾਮ ਖੁਮਾਰੀ ਹੈ, ਸੋ ਉਹ ਤੁਹਾਡੇ ਅੰਦਰ ਵਸ ਜਾਏ ਅਤੇ ਦੈਨ ਇਟਸ ਅ ਡਿਫਰੈਂਟ ਵਰਲਡ ਆਲ ਟੂਗੈਦਰ। ਸਪਿਰਿਚੁਅਲਿਟੀ ਦਾ ਰੀਅਲ ਜਿਹੜਾ ਏਮ ਹੈ ਉਹ ਇਹੀ ਹੈ ਕਿ ਵੀ ਤੁਸੀਂ ਇੱਕ ਬੈਲੈਂਸ ਔਰ ਹੈਪੀ ਸੈਲੀਬ੍ਰੇਟਰੀ ਲਾਈਫ ਲੀਡ ਕਰੋ। ਅਤੇ ਉਹ ਸਟੇਜ 'ਤੇ ਜੇ ਪਹੁੰਚਣਾ ਹੈ, ਉਹਦੀ ਜਰਨੀ ਜਿਹੜੀ ਹੈ ਤੁਹਾਡੇ ਬਚਪਨ 'ਚ ਐਕਚੁਅਲੀ ਸ਼ੁਰੂ ਹੋਈ ਹੁੰਦੀ ਹੈ ਬੜੇ ਲਾਰਜ ਸਕੇਲ 'ਤੇ। ਜੇ ਤੁਸੀਂ ਕਿਸੇ ਬੱਚੇ ਨੂੰ ਦੇਖੋ, ਉਹ ਪੂਰੇ ਪ੍ਰੈਜ਼ੈਂਟ ਮੂਮੈਂਟ 'ਚ ਹੁੰਦਾ ਹੈ। ਜੋ ਰੋਂਦਾ ਹੈ ਤਾਂ ਪੂਰਾ ਰੋਏਗਾ, 100% ਕਰੇਗਾ। ਜੋ ਖੁਸ਼ ਹੈ ਤਾਂ ਇੱਕਦਮ ਖੁਸ਼ ਹੈ। ਉਹ ਆਲਮੋਸਟ ਯੋਗਿਕ ਹੁੰਦਾ, ਉਹਦੀ ਬੋਡੀ ਇੰਨੀ ਫਲੈਕਸੀਬਲ ਹੁੰਦੀ ਹੈ। ਐਂਡ ਉਹਦੇ ਵੀ ਉੱਦਾਂ ਹੀ ਉਹ ਜਦੋਂ ਸਲੋਲੀ ਉਹ ਅੱਗੇ ਵੱਧਦਾ ਹੈ ਅਤੇ ਵਿਦ ਟਾਈਮ ਸਟਰੈਸ, ਵਰਕ, ਜੋ ਵੀ ਅੱਜ ਕੱਲ੍ਹ ਦੀ ਮਾਡਰਨ ਲਾਈਫ ਦੀ ਲਾਈਫ ਹੈਗੀ ਹੈ, ਉਹਦੇ ਨਾਲ ਉਹ ਕਿਤੇ ਨਾ ਕਿਤੇ ਸਟਿਫ ਹੁੰਦਾ ਚਲਾ ਜਾਂਦਾ ਹੈ। ਸੋ ਬਾਈ ਦ ਟਾਈਮ ਜੇ ਤੁਸੀਂ ਆਪਣੇ 40 'ਚ ਪਹੁੰਚਦੇ ਹੋ, ਜਦੋਂ ਤੁਸੀਂ ਸਮਝਦੇ ਹੋ ਕਿ ਹੁਣ ਮੇਰੇ ਕੋਲ ਥੋੜ੍ਹਾ ਟਾਈਮ ਹੈਗਾ, ਮੈਂ ਸਪਿਰਿਚੁਅਲਿਟੀ 'ਚ ਆਉਣਾ ਚਾਹੁੰਦਾ, ਪਰ ਤੁਹਾਡੀ ਮਾਈਂਡ ਦੇ ਵਿੱਚ ਕਿੰਨੇ ਹੀ ਇਹੋ ਜਿਹੇ ਇੰਪਰੈਸ਼ਨ ਸਟਰੋਂਗ ਹੋ ਚੁੱਕੇ ਹੁੰਦੇ, ਤੁਹਾਡੀ ਮਾਈਂਡ ਦੀ ਕੰਡੀਸ਼ਨਿੰਗ ਇੰਨੀ ਜ਼ਿਆਦਾ ਹੋ ਚੁੱਕੀ ਹੁੰਦੀ ਹੈ ਕਿ ਉਹਨੂੰ ਅਨਡੂ ਕਰਨਾ ਉਹ ਥੋੜ੍ਹਾ ਜਿਹਾ ਐਫਰਟ ਜ਼ਿਆਦਾ ਲੱਗਦਾ ਹੈ। ਇਹੋ ਜਿਹੀਆਂ ਟੈਕਨੀਕਸ ਜਿਹੜੀਆਂ ਸਿੰਪਲ ਨੇ, ਤੁਸੀਂ ਆਪਣੇ ਘਰ ਦੇ ਵਿੱਚ ਹਾਫ ਐਨ ਆਵਰ ਤੋਂ ਲੈ ਕੇ ਅਤੇ 1.5 ਘੰਟੇ ਤੱਕ ਵੀ ਕਰ ਸਕਦੇ ਹੋ। ਔਰ ਉਹਦੇ ਨਾਲ ਤੁਹਾਡੀ ਜਿਹੜੀ ਬਾਡੀ ਹੈ ਅਤੇ ਮਾਈਂਡ ਹੈ, ਅਸੀਂ ਦੇਖੋ ਸ਼ਾਵਰ ਲੈਂਦੇ ਹਾਂ, ਹੋਰ ਕਈ ਤਰ੍ਹਾਂ ਦੀਆਂ ਅਸੀਂ ਸ਼ੌਚ ਦਾ ਕੰਮ ਕਰਦੇ ਹਾਂ, ਪਰ ਅਸੀਂ ਮਾਈਂਡ ਦੇ ਉੱਤੇ ਕਦੀ ਨਹੀਂ ਕੰਮ ਕਰਦੇ। ਬਾਡੀ ਦੇ ਉੱਤੇ ਬਹੁਤ ਜਿਮ 'ਚ ਵੀ ਜਾਂਦੇ ਹਾਂ, ਖਾਣਾ ਵੀ ਠੀਕ ਖਾ ਲਾਂਗੇ, ਸਾਰਾ ਕੁਝ ਬਾਡੀ ਕੌਨਸ਼ੀਅਸਨੈਸ ਅਸੀਂ ਬਹੁਤ ਲੈਂਦੇ ਹਾਂ, ਪਰ ਇਸ ਮਾਈਂਡ ਨੂੰ ਸਮਝਣ ਦਾ ਜਾਂ ਇਸ ਮਾਈਂਡ ਨੂੰ ਮੈਨੇਜ ਕਰਨ ਦਾ ਸਾਡੇ ਕੋਲ ਕੋਈ ਤਰੀਕਾ ਨਹੀਂ ਹੁੰਦਾ। ਸੋ ਆਰਟੋਲੀ ਦਾ ਮੇਨ ਫੋਕਸ ਹੈਗਾ ਕਿ ਇਸ ਮਾਈਂਡ ਨੂੰ ਇਹਦੀ ਕੁਆਲਿਟੀ ਕਿੱਦਾਂ ਇੰਪਰੂਵ ਕੀਤੀ ਜਾਏ। ਵੈਂਕੂਵਰ ਚੈਪਟਰ ਹੈ, ਇੱਕ ਸਰੀ ਚੈਪਟਰ ਹੈ, ਉਹਦੇ ਵਿੱਚ ਵੀਕਲੀ ਵਰਕਸ਼ਾਪਸ ਹੁੰਦੀਆਂ ਜਿਹਦੇ ਵਿੱਚ ਅਸੀਂ 1.5 ਘੰਟੇ ਦੇ ਵਿੱਚ ਅਸੀਂ ਪੂਰਾ ਐਕਸਪਲੇਨ ਵੀ ਕਰਦੇ ਹਾਂ ਕਿ ਵੀ ਤੁਸੀਂ ਕਿੱਦਾਂ ਇਹ ਪ੍ਰੋਗਰਾਮਸ ਤੋਂ ਤੁਸੀਂ ਹੈਲਪ ਲੈ ਸਕਦੇ ਹੋ। ਬ੍ਰੈਥ ਦੇ ਨਾਲ ਮੈਡੀਟੇਟਿਵ ਅਤੇ ਹੈਪੀ ਐਂਡ ਕਾਮ ਸਟੇਟ ਆਫ ਮਾਈਂਡ ਕਿੱਦਾਂ ਲੈ ਕੇ ਆ ਸਕਦੇ ਹੋ। ਐਂਡ ਵੰਸ ਯੂ ਹੈਵ ਅ ਕਾਮ ਸਟੇਟ ਆਫ ਮਾਈਂਡ, ਫਿਰ ਤੁਸੀਂ ਇਸ ਲਾਈਫ ਨੂੰ ਕਿਸੇ ਵੀ ਤਰੀਕੇ ਸਿਰ ਮਤਲਬ ਹੈਲਪ ਲੈ ਕੇ ਤੁਸੀਂ ਜੀ ਸਕਦੇ ਹੋ। ਦਰਸ਼ਕੋ, ਅੱਜ ਦਾ ਇਹ ਨਵੇਕਲਾ ਉਪਰਾਲਾ ਹੈ ਜੀ ਸਾਡੇ ਚੈਨਲ ਵੱਲੋਂ, ਔਰ ਪ੍ਰੋਗਰਾਮ ਅਸੀਂ ਸਟਾਰਟ ਕਰਨ ਜਾ ਰਹੇ ਹਾਂ ਲੁਕਿੰਗ ਫॉर ਅ ਗॉड, ਯਾਨੀ ਕਿ ਅਸੀਂ ਸਰਚ ਕਰਦੇ ਰਹਿੰਦੇ ਹਾਂ ਪਰਮਾਤਮਾ ਕਿੱਥੇ ਆ, ਸ਼ਾਂਤੀ ਕਿੱਥੇ ਆ। ਕਿਸੇ ਸਾਧ ਸੰਤ ਦੇ ਮਗਰ ਲੱਗਦੇ ਹਾਂ, ਅਸੀਂ ਗ੍ਰੰਥ ਪੜ੍ਹਦੇ ਹਾਂ, ਜਾਂ ਕਈ ਲੋਕ ਪੜ੍ਹ ਕੇ ਅੱਕ ਚੁੱਕੇ ਹੁੰਦੇ ਨੇ। ਸੋ ਉਹਨਾਂ ਨੂੰ ਸਹੀ ਦਿਸ਼ਾ ਨਿਰਦੇਸ਼ ਕਈ ਵਾਰ ਚਾਹੀਦਾ ਹੁੰਦਾ ਜ਼ਿੰਦਗੀ 'ਚ, ਔਰ ਕਈ ਵਾਰ ਇੱਕ ਸ਼ਖਸ ਦਾ ਇੱਕ ਬੋਲ ਵੀ ਤੁਹਾਡੀ ਜ਼ਿੰਦਗੀ ਨੂੰ ਬਦਲ ਦਿੰਦਾ। ਕਈਆਂ ਮਹਾਤਮਾਵਾਂ ਦੀਆਂ ਜ਼ਿੰਦਗੀਆਂ ਇਸੇ ਤਰੀਕੇ ਨਾਲ ਬਦਲੀਆਂ ਨੇ। ਸੋ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਉਪਰਾਲਾ ਕਰਾਂਗੇ ਜੀ ਉਹਨਾਂ ਸ਼ਖਸੀਅਤਾਂ ਨੂੰ ਰੂਬਰੂ ਕਰਨ ਦੇ ਜਿਹੜੇ ਬਹੁਤ ਲੋਕਾਂ ਨੂੰ ਨਿਖਾਰ ਚੁੱਕੇ ਨੇ, ਯਾਨੀ ਕਿ ਉਹਨਾਂ ਨੂੰ ਜ਼ਿੰਦਗੀ ਜਿਉਣ ਦਾ ਤਰੀਕਾ ਦੱਸ ਚੁੱਕੇ ਨੇ। ਉਹ ਆਰਟ ਕੀ ਹੈ, ਉਹ ਕਲਾ ਕੀ ਹੈ,
ਤੇ ਸਾਡੇ ਨਾਲ ਅੱਜ ਰਵੀ ਵਿਰਕ ਜੀ ਮੌਜੂਦ ਨੇ ਸਾਡੀ ਸਟੂਡੀਓ ਤੋਂ, ਜਿਹੜੇ ਕਿ ਤੁਹਾਡੇ ਰੂਬਰੂ ਹੋਣ ਜਾ ਰਹੇ ਨੇ ਸਿਰਫ ਇਸ ਚੀਜ਼ ਲਈ ਕਿ ਉਹ ਆਪਣੀ ਜ਼ਿੰਦਗੀ ਤੋਂ ਸੇਧ ਲੈ ਕੇ, ਜਾਂ ਜਿਹੜੇ ਹੋਰ ਨੌਜਵਾਨਾਂ ਦੀਆਂ, ਬਜ਼ੁਰਗਾਂ ਦੀਆਂ ਜ਼ਿੰਦਗੀਆਂ ਬਦਲ ਚੁੱਕੇ ਨੇ, ਉਹ ਕਿਸੇ ਵੀ ਜ਼ਰੀਏ ਉਹਨਾਂ ਦੇ ਐਕਸਪੀਰੀਐਂਸਸ ਤੁਹਾਡੇ ਨਾਲ ਸ਼ੇਅਰ ਕਰਕੇ ਤੁਹਾਡੀ ਜ਼ਿੰਦਗੀ ਨੂੰ ਥੋੜਾ ਜਿਹਾ ਟੁੰਬ ਦੇਣ। ਰਵੀ ਜੀ, ਬਹੁਤ ਸਵਾਗਤ ਹੈ ਜੀ ਤੁਹਾਡਾ। ਥੈਂਕ ਯੂ ਰਵਿੰਦਰ। ਰਵੀ ਜੀ, ਤੁਹਾਡੇ ਚਿਹਰੇ ਦੇ ਉੱਤੇ ਨੂਰ ਦੱਸਦਾ ਆ ਕਿ ਤੁਸੀਂ ਜਾਂ ਤਾਂ ਬਹੁਤ ਜ਼ਿਆਦਾ ਮੈਡੀਟੇਸ਼ਨ ਕਰਦੇ ਹੋ ਜਾਂ ਰੱਬ ਨੂੰ ਬਹੁਤ ਜ਼ਿਆਦਾ ਮੰਨਣ ਵਾਲੇ ਬੰਦੇ ਹੋ, ਕਿਉਂਕਿ ਕੁਝ ਹੀ ਲੋਕ ਅਜਿਹੇ ਹੁੰਦੇ ਨੇ ਜਿਨ੍ਹਾਂ ਦੇ ਚਿਹਰੇ ਦੇ ਉੱਤੇ ਪੋਜ਼ਿਟਿਵਿਟੀ ਦੇ ਸਾਈਨਸ, ਸਮਾਈਲਿੰਗ ਫੇਸਿਸ, ਤੇ ਐਂ ਲੱਗਦਾ ਹੈ ਕਿ ਇਹਨਾਂ ਨੂੰ ਕੋਈ ਬੋਝ ਹੀ ਨਹੀਂ ਹੈ ਜ਼ਿੰਦਗੀ ਦਾ। ਤੇ ਇਹਦਾ ਰਾਜ਼ ਦੱਸੋਗੇ ਜੀ? ਥੈਂਕ ਯੂ ਰਵਿੰਦਰ। ਲੁੱਕ, ਸਾਡੇ ਸਾਰਿਆਂ ਦੇ ਵਿੱਚ ਨੂਰ ਤੇ ਹੈਗਾ। ਅਸੀਂ ਐਫਰਟ ਕਰਨ ਦੀ ਗੱਲ ਹੈ ਕਿ ਵੀ ਕਿੱਦਾਂ ਅਸੀਂ ਉਹਨੂੰ ਲੱਭੀਏ। ਇਸ ਸੰਸਾਰ ਦੇ ਵਿੱਚ ਕੋਈ ਵੀ ਪ੍ਰਾਣੀ ਨਹੀਂ ਹੈਗਾ ਜਿਹਦੇ ਅੰਦਰ ਇਹ ਨੂਰ ਨਹੀਂ ਵੱਸਦਾ, ਪਰ ਐਫਰਟ ਇਜ਼ ਰਿਕੁਆਇਰਡ ਸਮਵੇਅਰ। ਯੈਸ, ਮੈਡੀਟੇਸ਼ਨਸ ਆਰ ਅ ਪਾਰਟ ਆਫ ਇਟ। ਮੈਂ ਇੱਕ ਸੰਸਥਾ ਨਾਲ ਜੁੜਿਆ ਹੋਇਆ, ਆਰਟ ਆਫ ਲਿਵਿੰਗ, ਜਿਨ੍ਹਾਂ ਨੇ ਮੈਨੂੰ ਇਸ ਰਾਹ 'ਤੇ ਪਾਇਆ ਸੀਗਾ। ਸੋ ਇੱਕ ਸਟਰਕਚਰਡ ਵੇ ਦੇ ਵਿੱਚ ਇੱਕ ਸਰਟਨ ਪੀਰੀਅਡ ਆਫ ਟਾਈਮ ਤੱਕ ਜੇ ਤੁਸੀਂ ਕੁਝ ਇੱਕ ਐਫਰਟ ਕਰਦੇ ਹੋ ਤੁਹਾਨੂੰ ਕੁਝ ਵੀ ਅਚੀਵ ਹੋ ਜਾਂਦਾ ਹੈ। ਅਤੇ ਜੇ ਤੁਹਾਡਾ ਮੁੱਦਾ ਹੋਵੇ ਕਿ ਜੀ ਮੈਂ ਉਹ ਨੂਰ ਲੱਭਣਾ, ਤਾਂ ਉਹ ਵੀ ਬੜੇ ਆਰਾਮ ਨਾਲ ਲੱਭ ਜਾਂਦਾ। ਇਨਫੈਕਟ ਉਹ ਨੂਰ 'ਤੇ ਤਿਆਰ ਬੈਠਾ ਹੈ ਲੱਭਣ ਵਾਸਤੇ ਕਿ ਵੀ ਮੈਨੂੰ ਕੋਈ ਆ ਕੇ ਲੱਭੇ। ਸੋ ਅਸੀਂ ਵਿਮੁਖ ਹੋਏ ਹੁੰਦੇ ਹਾਂ, ਕਿਤੇ ਨਾ ਕਿਤੇ ਸਾਡਾ ਅਟੈਂਸ਼ਨ ਹੋਰ ਪਾਸੇ ਹੁੰਦੀ ਹੈ। ਪਰ ਜਿੱਦਣ ਉਹ ਬੀਜ ਜਾਗਦਾ ਤੁਹਾਡੇ ਅੰਦਰ, ਤੁਹਾਨੂੰ ਲੱਗਦਾ ਕਿ ਵੀ ਹਾਂ ਆਮ ਸੀਕਿੰਗ ਸਮਥਿੰਗ, ਅਤੇ ਉਸ ਪਾਸੇ ਚੱਲ ਪੈਂਦੇ ਹੋ। ਅਤੇ ਫਿਰ ਰਸਤਾ ਜਿਹੜਾ ਹੈ ਉਹ ਸੈਲਫ ਗਾਈਡਡ ਹੈ, ਆਪਣੇ ਆਪ ਹੀ ਉਹ ਰਾਹ ਖੁੱਲ੍ਹਦੀ ਰਹਿੰਦੀ ਹੈ। ਅੱਜ ਜੇ ਅਸੀਂ ਇੱਥੇ ਬੈਠੇ ਹੋਏ ਹਾਂ, ਤੁਸੀਂ ਮੇਰੇ ਨਾਲ ਗੱਲ ਕਰ ਰਹੇ ਹੋ, ਤੁਹਾਡੇ ਦਰਸ਼ਕ ਜਿਹੜੇ ਨੇ ਸੁਣ ਰਹੇ ਨੇ, ਇਟਸ ਅ ਪਾਰਟ ਆਫ ਦ ਪ੍ਰੋਸੈਸ। ਸੋ ਯੈਸ, ਮੈਨੂੰ ਕਿਤੋਂ ਇਹ ਲੱਭਿਆ ਸੀਗਾ, ਕੁਝ ਲੋਕਾਂ ਨੇ ਮੇਰੀ ਲਾਈਫ 'ਚ ਆ ਕੇ ਇਹ ਰਾਹ ਮੈਨੂੰ ਦਿਖਾਇਆ ਸੀਗਾ, ਉਹ ਮੈਂ ਉਸ 'ਚ ਬਿਲੀਵ ਕੀਤਾ, ਉੱਤੇ ਕੰਮ ਕੀਤਾ, ਐਂਡ ਹੇਅਰ ਵੀ ਆਰ ਟੂਡੇ। ਜੀ, ਆਰਟ ਆਫ ਲਿਵਿੰਗ ਰਵੀ ਜੀ ਬਹੁਤ ਵੱਡਾ ਸੈਂਟਰ ਬਣ ਚੁੱਕਿਆ ਇਸ ਵੇਲੇ। ਆਰਟ ਆਫ ਲਿਵਿੰਗ ਦੇ ਫਾਊਂਡਰ, ਓਨਰ ਸ਼੍ਰੀ ਰਵੀ ਸ਼ੰਕਰ ਜੀ, ਜਿਨ੍ਹਾਂ ਦੇ ਮਗਰ ਬਹੁਤ ਦੁਨੀਆ ਲੱਗੀ ਹੋਈ ਹੈ। ਇੱਕ ਤਾਂਘ ਹੁੰਦੀ ਹੈ ਜੀ ਹਰ ਸ਼ਖਸ ਦੇ ਵਿੱਚ ਕਿ ਮੈਂ ਵੀ ਉਸ ਸ਼ਖਸ ਦੇ ਦਰਸ਼ਨ ਕਿਸੇ ਵੇਲੇ ਕਰ ਲਵਾਂ। ਤੁਹਾਨੂੰ ਉਹਨਾਂ ਦੇ ਦਰਸ਼ਨ ਹੋਏ ਜਦੋਂ ਪਹਿਲੀ ਵਾਰ, ਕਦੋਂ ਹੋਏ, ਕੀ ਐਕਸਪੀਰੀਐਂਸਿਸ ਤੁਹਾਡੇ ਸੀਗੇ, ਤੇ ਕਿਸ ਤਰ੍ਹਾਂ ਦੀ ਪਰਸਨੈਲਿਟੀ ਨੇ ਉਹ? ਯੈਸ, ਉਹ ਮੇਰੇ ਮੈਂਟਰ ਰਹੇ ਨੇ, ਮੇਰੇ ਗਾਈਡ ਰਹੇ ਨੇ, ਸੁਪਰੀਮ ਟੀਚਰ ਰਹੇ ਨੇ ਮੇਰੇ। ਮੇਰਾ ਪਹਿਲਾ ਵਾਸਤਾ ਉਹਨਾਂ ਨਾਲ ਡਾਇਰੈਕਟ ਤਾਂ ਨਹੀਂ ਸੀ ਹੋਇਆ। ਉਹਨਾਂ ਦੇ ਟੀਚਰ ਸੀਗੇ ਇੱਥੇ ਵੈਂਕੂਵਰ 'ਚ, ਬਹੁਤ ਹੀ ਪਿਆਰੇ ਟੀਚਰ ਸੀਗੇ, ਹਸਬੈਂਡ ਵਾਈਫ ਕਪਲ ਸੀਗੇ, ਹਾਈਲੀ ਇੰਟਲੈਕਚੁਅਲ, ਨੈਸ਼ਨਲ ਸਕੂਲ ਆਫ ਆਰਕੀਟੈਕਚਰ ਜਿਹੜਾ ਦਿੱਲੀ ਦਾ, ਉਹਦੇ ਗ੍ਰੈਜੂਏਟ ਸੀਗੇ ਅਦਿੱਤਿਆ ਜੀ। ਅਤੇ ਬਾਅਦ 'ਚ ਉਹਨਾਂ ਨੇ ਯੂਨੀਵਰਸਿਟੀ ਆਫ ਪੈਨਿਸੋਲਨੀਆ ਤੋਂ ਮਾਸਟਰਸ ਕੀਤੀ ਸੀਗੀ। ਉਹਨਾਂ ਦੇ ਵਾਈਫ ਜਿਹੜੇ ਨੇ ਉਹ ਵੀ ਕਾਫੀ ਪਹੁੰਚੇ ਹੋਏ ਸੀਗੇ। ਸੋ ਉਹ ਸਾਰਾ ਕੁਝ ਛੱਡ ਕੇ, ਆਪਣੀ ਇੰਨੀ ਪ੍ਰੋਫੈਸ਼ਨਲ ਲਾਈਫ ਛੱਡ ਕੇ, ਅਤੇ ਫੁੱਲ ਟਾਈਮ ਇਹਦੇ ਵਿੱਚ ਅੰਗੇਜ ਸੀਗੇ, ਲੋਕਾਂ ਨੂੰ ਰਾਹ ਦਿਖਾਉਂਦੇ ਸੀ। ਸੋ ਉਹ ਉਹਨਾਂ ਦੇ ਨਾਲ ਮੇਰਾ ਵਾਸਤਾ ਹੋਇਆ ਸੀਗਾ 2004 'ਚ, ਅਤੇ ਉਹ ਛੋਟਾ ਜਿਹਾ ਪ੍ਰੋਗਰਾਮ ਸੀਗਾ ਉਹਦੇ ਤਹਿਤ, ਐਂਡ ਦੈਟਸ ਹਾਊ ਮਾਈ ਜਰਨੀ ਸਟਾਰਟਿਡ। ਫਿਰ ਉਹਨਾਂ ਦੇ ਨਾਲ ਫਿਰ ਹੌਲੀ ਹੌਲੀ ਲੱਗ ਕੇ ਜੁੜ ਕੇ ਕੰਮ ਕਰਦੇ ਰਹੇ, ਜੋ ਵੀ ਉਹਨਾਂ ਨੇ ਟੈਕਨੀਕ ਸਿਖਾਈਆਂ ਉਹਦੇ 'ਤੇ। ਦੈਨ ਅਸੀਂ ਆਪਣੇ ਸ਼੍ਰੀ ਰਵੀ ਸ਼ੰਕਰ ਜੀ ਨੂੰ ਪਿਆਰ ਨਾਲ ਗੁਰੂਦੇਵ ਕਹਿੰਦੇ ਹਾਂ। ਸੋ ਉਹਨਾਂ ਦੇ ਨਾਲ ਵਾਸਤਾ ਜਿਹੜਾ ਉਹ ਹੌਲੀ ਹੌਲੀ ਹੋਇਆ ਸੀਗਾ। ਪਰ ਬਾਅਦ 'ਚ ਇੱਕ ਵਾਰੀ ਫਿਰ 2010 'ਚ ਉਹ ਮੇਰੇ ਘਰ ਵੀ ਆਏ ਸੀਗੇ, ਸੋ ਸਤਸੰਗ ਕੀਤਾ ਸੀਗਾ। ਸੋ ਆਈ ਬੀਨ ਇਨ ਟੱਚ ਵਿਦ ਹਿਮ। ਪਰ ਯੈਸ, ਉਹਨਾਂ ਦੀ ਪਰਸਨੈਲਿਟੀ ਜਿਹੜੀ ਹੈ ਬਹੁਤ ਹੀ ਵੱਡੀ ਹੈ। ਉਹਨਾਂ ਨੂੰ ਸਮਝਣ ਵਾਸਤੇ ਸ਼ਾਇਦ ਉਹ ਤੁਹਾਨੂੰ ਪ੍ਰਿਪੇਅਰ ਕਰਦੇ ਨੇ ਪਹਿਲਾਂ ਕਿ ਵੀ ਤੁਸੀਂ ਇਸ ਰਾਹ 'ਤੇ ਥੋੜ੍ਹਾ ਚੱਲੋ ਅਤੇ ਸਮਝ ਸਕੋ। ਸੋ ਇਨ ਮਾਈ ਵਿਊ, ਇਨ ਮਾਈ ਸਾਈਟ, ਹੀ ਇਜ਼ ਐਨ ਐਨਲਾਈਟਨਡ ਸੋਲ। ਅਤੇ ਉਹਨਾਂ ਦਾ ਜੇ ਕਦੀ ਤੁਹਾਨੂੰ ਪ੍ਰੈਜ਼ੈਂਸ ਹੋਵੇ ਤੁਹਾਡੀ, ਇਟਸ ਅ ਬਲੈਸਿੰਗ। ਸੋ ਯੈਸ ਜੀ। ਰਵੀ ਜੀ, ਤੁਸੀਂ ਅੱਜ ਤੋਂ ਤਕਰੀਬਨ 19-20 ਸਾਲ ਪੁਰਾਣੀ ਗੱਲ ਕਰ ਰਹੇ ਹੋ ਜਦੋਂ ਤੁਸੀਂ ਜੁੜੇ, ਤੇ ਉਸ ਵੇਲੇ ਓਬਵੀਅਸਲੀ ਤੁਹਾਡੀ ਏਜ ਵੀ ਯੂਥ ਦੇ ਵਿੱਚ ਹੋਵੋਗੇ, ਤੁਸੀਂ ਯੰਗ ਏਜ ਹੋਊਗੀ ਤੁਹਾਡੀ। ਪਰ ਅੱਜ ਕੱਲ੍ਹ ਦਾ ਜਿਹੜਾ ਯੂਥ ਆ ਉਹ ਬਹੁਤ ਭਟਕਿਆ ਹੋਇਆ ਜੀ। ਉਹਨਾਂ ਨੂੰ ਜੇ ਕੋਈ ਸਹੀ ਦਿਸ਼ਾ ਨਿਰਦੇਸ਼ ਦੇਣ ਵਾਲਾ ਉਹ ਲੱਭਣਾ ਵੀ ਚਾਹੁੰਦੇ ਨੇ ਤਾਂ ਵੀ ਉਹ ਲੱਭ ਨਹੀਂ ਸਕਦੇ ਜੀ। ਪਰ ਮਤਲਬ ਇਹਨੂੰ ਜੇ ਮੈਂ ਦੇਸੀ ਪੰਜਾਬੀ ਭਾਸ਼ਾ ਦੇ ਵਿੱਚ ਇਹਦੀ ਗੱਲ ਕਰਾਂ ਤਾਂ ਜੀ ਅਸੀਂ ਕੋਈ ਨਾ ਕੋਈ ਬਾਬਾ ਲੱਭਦੇ ਫਿਰਦੇ ਹਾਂ ਜਿਹੜਾ ਸਾਨੂੰ ਨਹੀਂ ਲੱਭਦਾ ਹੈਗਾ, ਕਿ ਜਿਹਦੇ ਤੇ ਅਸੀਂ ਭਰੋਸਾ ਕਰ ਸਕੀਏ। ਕਹਿੰਦੇ ਵੀ ਕਲਯੁੱਗ ਦੇ ਵਿੱਚ ਬਹੁਤ ਘੱਟ ਲੋਕ ਨੇ ਜਿਨ੍ਹਾਂ ਦੇ ਉੱਤੇ ਭਰੋਸਾ ਕੀਤਾ ਜਾਂਦਾ ਆ।
ਜੀ। ਸੋ ਉਹ ਕਿੱਦਾਂ ਉਸ ਬਾਬੇ ਨੂੰ ਲੱਭਣ ਜਾਂ ਉਹ ਕਿੱਦਾਂ ਪਰਮਾਤਮਾ ਦੇ ਨਾਲ ਜੁੜਨ, ਕੀ ਉਹਨਾਂ ਨੂੰ ਕੀ ਰਸਤਾ, ਕਿੱਦਾਂ ਉਹ ਲੱਭਣ ਕਿ ਆਹ ਰਸਤਾ ਆ ਜੀ, ਆ ਸਿੱਧਾ ਪਰਮਾਤਮਾ ਨੂੰ ਸਾਨੂੰ ਮਿਲਾਉਂਦਾ ਆ? ਹਾਂਜੀ ਸੋ ਇਹਦਾ ਜਿਹੜਾ ਲੰਬਾ ਜਵਾਬ ਤੇ ਹੈ ਕਿ ਵੀ ਛੋਟਾ ਜਵਾਬ ਤੇ ਹੈ ਕਿ ਅਸੀਂ ਸੋਚਦੇ ਹਾਂ ਕਿ ਵੀ ਅਸੀਂ ਕਿਸੇ ਬਾਬੇ ਨੂੰ ਲੱਭਣ ਚੱਲੇ ਹਾਂ, ਪਰ ਜਦੋਂ ਬਾਬੇ ਦੀ ਤੁਹਾਡੇ ਤੇ ਕੋਈ ਰੱਬ ਦੀ ਕਿਰਪਾ ਦ੍ਰਿਸ਼ਟੀ ਹੁੰਦੀ ਹੈ, ਜਦੋਂ ਤੁਸੀਂ ਆਪ ਅੰਦਰੋਂ ਤਿਆਰ ਹੁੰਦੇ ਹੋ, ਇੱਕ ਅੱਛਾ ਸ਼ੀਸ਼ਾ ਉਹੀ ਹੈ ਇਸ ਸਪਿਰਚੁਅਲ ਲਾਈਫ ਦਾ ਜਿਹੜਾ ਪਹਿਲਾਂ ਆਪਣੇ ਆਪ ਨੂੰ ਮੰਨ ਲੈਂਦਾ ਹੈ ਕਿ ਮੈਂ ਸਟੂਡੈਂਟ ਹਾਂ, ਅਤੇ ਫਿਰ ਜੇ ਉਹਦੇ ਅੰਦਰ ਬੀਜ ਪੈਦਾ ਹੋਇਆ ਸਪਿਰਚੁਅਲਿਟੀ ਦਾ ਐਂਡ ਹੀ ਇਜ਼ ਅ ਗੁੱਡ ਸੀਕਰ, ਅਤੇ ਉਹ ਜੇ ਸੀਕਿੰਗ ਕਰਦਾ ਹੋਵੇ ਅਤੇ ਗੁਰੂ ਕੋਲ ਕੋਈ ਚੋਇਸ ਹੀ ਨਹੀਂ ਹੈਗੀ ਹੈ ਆਪਣੇ ਆਪ ਨੂੰ ਮੈਨੀਫੈਸਟ ਕੀਤੇ ਬਿਨਾਂ। ਸੋ ਗੁਰੂ ਮੈਨੀਫੈਸਟ ਹੋ ਜਾਂਦਾ ਹੈ, ਬਟ ਉਹ ਕਦੋਂ ਆਏਗਾ, ਕਿਹੜਾ ਆਏਗਾ ਔਰ ਕਿਸ ਰੂਪ 'ਚ ਆਏਗਾ, ਉਹ ਸਮੇਂ ਤੈਅ ਕਰਦਾ ਹੈ। ਅਤੇ ਇਸ ਤਰੀਕੇ ਇਸ ਇਸ਼ੂ ਨੂੰ ਜੋ ਅਸੀਂ ਇਸ ਐਂਗਲ ਤੋਂ ਦੇਖੇ ਕਿ ਮੈਂ ਕਿਸੇ ਬਾਬੇ ਨੂੰ ਲੱਭਣ ਚੱਲਾਂ, ਅਤੇ ਸ਼ਾਇਦ ਉਹ ਰਾਈਟ ਜਾਂ ਨੈਚੁਰਲ ਵੇ ਨਹੀਂ ਹੈਗਾ। ਇਨ ਦੀ ਐਂਡ ਜਿਹੜਾ ਰਾਈਟ ਗੁਰੂ ਹੈ ਉਹ ਤੁਹਾਨੂੰ ਲੱਭੇਗਾ। ਸੋ ਬਟ ਯੂ ਹੈਵ ਟੂ ਬੀ ਰੈਡੀ, ਤੁਹਾਨੂੰ ਕਿਤੇ ਨਾ ਕਿਤੇ ਤਿਆਰ ਹੋਣਾ ਪਏਗਾ ਕਿ ਵੀ ਮੈਂ ਇਹ ਲੱਭਣਾ ਚਾਹੁੰਦਾ। ਅੱਜ ਕੱਲ੍ਹ ਅਸੀਂ ਵਿੰਡੋ ਸ਼ੋਪਿੰਗ ਬਹੁਤ ਕਰਦੇ ਹਾਂ, ਅੱਜ ਕੱਲ੍ਹ ਜਿਹੜਾ ਸੋਸ਼ਲ ਮੀਡੀਆ ਜਿੱਦਾਂ ਹੈਗਾ ਜਾਂ ਜੋ ਯੁੱਗ ਚੱਲ ਰਿਹਾ, ਇੱਕ ਵਕਤ ਸੀਗਾ ਬਹੁਤ ਪਹਿਲਾਂ ਜਦੋਂ ਗੁਰੂਕੁਲ ਵਾਜ਼ ਅ ਵੇ ਆਫ ਲਾਈਫ, ਜਿਹੜੀ ਐਜੂਕੇਸ਼ਨ ਸਿਸਟਮ ਸੀਗਾ ਉਹਦੇ ਵਿੱਚ ਗੁਰੂ ਨੂੰ ਲੱਭਣਾ ਇੱਕ ਬਹੁਤ ਵੱਡੀ ਗੱਲ ਸੀਗੀ। ਇਨਫੈਕਟ ਜਿਹੜਾ ਇੱਕ ਵਰਡ ਹੈ ਅਨਾਥ, ਉਹਦਾ ਜਨਮ ਇੱਥੋਂ ਹੀ ਹੋਇਆ। ਨਾਥ ਮੀਨਸ ਮਾਸਟਰ, ਸੋ ਅਨਾਥ ਜਿਹਦਾ ਮਾਸਟਰ ਨਹੀਂ ਹੈਗਾ। ਸੋ ਅਸੀਂ ਇਹਨੂੰ ਅੱਜ ਦੀ ਯੁੱਗ 'ਚ ਸਮਝਦੇ ਕਿ ਜਿਹਦੇ ਪੇਰੈਂਟਸ ਨਹੀਂ ਹੈਗੇ ਉਹ ਅਨਾਥ ਹੈ, ਬਟ ਐਕਚੁਅਲੀ ਜਿਹਨੂੰ ਕੋਈ ਅੱਛਾ ਗੁਰੂ ਨਹੀਂ ਸੀ ਲੱਭਦਾ ਉਹਨੂੰ ਕਹਿੰਦੇ ਸੀਗੇ ਕਿ ਵੀ ਸੋ ਸਮਵੇਅਰ ਦ ਸੀਕਿੰਗ ਫॉर ਅ ਗੁਰੂ ਇਹ ਪਰਪੀਚੁਅਲ ਆ, ਮਤਲਬ ਸ਼ੁਰੂ ਤੋਂ ਹੀ ਇਹ ਰਹੀ ਹੈ ਇਹਦੀ। ਪਰ ਇਹਦਾ ਸਹੀ ਤਰੀਕਾ ਇਹ ਹੈ ਕਿ ਵੀ ਅਸੀਂ ਆਪਣੇ ਅੰਦਰ ਜਿਹੜੀ ਥੋੜ੍ਹੀ ਜਿਹੀ ਵੀ ਸਪਿਰਚੁਅਲਿਟੀ ਦਾ ਕੋਈ ਬੀਜ ਹੈ ਉਹਨੂੰ ਥੋੜ੍ਹੀ ਜਿਹੀ ਹਵਾ ਦਈਏ। ਚਾਹੋ ਕਿਸੇ ਵੀ ਆਪ ਗੁਰੂ ਕੋਲ ਜਾਓ ਜਾਂ ਕਿਸੇ ਵੀ ਸੰਸਥਾ ਕੋਲ ਜਾਓ, ਕੋਈ ਵੀ ਐਸੀ ਪ੍ਰੈਕਟਿਸ ਤੁਸੀਂ ਚਾਲੂ ਕਰ ਲਓ, ਐਂਡ ਇਹ ਸੈਲਫ ਗਾਈਡਡ ਪ੍ਰੋਸੈਸ ਆ। ਆਪਣੇ ਆਪ ਹੀ ਤੁਹਾਡੇ ਅੰਦਰ ਦਾ ਜਿਹੜਾ ਗੁਰੂ ਤੱਤਵ ਹੈ ਉਹ ਜਾਗਣਾ ਸ਼ੁਰੂ ਹੋ ਜਾਂਦਾ ਹੈ, ਔਰ ਜਦੋਂ ਜਾਗਦਾ ਤਾਂ ਫਿਰ ਕਿਤੇ ਨਾ ਕਿਤੇ ਤੁਹਾਨੂੰ ਕੋਈ ਨਾ ਕੋਈ ਰਾਹ ਮਿਲ ਹੀ ਜਾਂਦੀ ਹੈ। ਸੋ ਬਟ ਦਿਸ ਇਜ਼ ਵੈਰੀ ਵੇਗ ਆਂਸਰ, ਬਟ ਟੂ ਗੈਟ ਟੂ ਅ ਰਾਈਟ ਪਾਥ there are certain ways. I mean ਅੱਜ ਦੀ ਡੇਟ ਦੇ ਵਿੱਚ ਇਟਸ ਰੈਦਰ ਈਜ਼ੀ। ਪੁਰਾਣੇ ਜ਼ਮਾਨੇ ਦੇ ਵਿੱਚ ਬਹੁਤ ਮੁਸ਼ਕਿਲ ਸੀਗਾ ਸਗੋਂ। you have to go through a lot of processes to become a ਸ਼ਿਸ਼ਾ of some really good guru. ਪਰ ਅੱਜ ਦੀ ਡੇਟ ਦੇ ਵਿੱਚ ਤੇ ਤੁਹਾਡੇ ਘਰ ਦੇ ਵਿੱਚ ਬੈਡਰੂਮ 'ਚ ਜ਼ੂਮ 'ਤੇ ਜਾਂ ਔਨਲਾਈਨ 'ਤੇ you can do a lot of research. ਸੋ ਜੇ ਤੁਹਾਡੇ ਅੰਦਰ ਸੀਕਿੰਗ ਹੈਗੀ ਹੈ ਤਾਂ ਤੁਸੀਂ ਕਿਤੇ ਨਾ ਕਿਸੇ ਸੰਸਥਾ ਨਾਲ, ਕਿਸੇ ਕਮਿਊਨਿਟੀ ਨਾਲ, ਕਿਸੇ ਸੰਘ ਨਾਲ ਆਰਾਮ ਨਾਲ ਜੁੜ ਸਕਦੇ ਹੋ। ਸੋ ਜਰਨੀ ਸਟਾਰਟ ਕਰਨ ਵਾਲੀ ਗੱਲ ਹੈ। ਜਿੱਦਾਂ ਆਪਣੇ ਗੁਰੂ ਗ੍ਰੰਥ ਸਾਹਿਬ 'ਚ ਵੀ ਲਿਖਿਆ ਹੋਇਆ ਕਿ ਵੀ ਤੁਸੀਂ ਗੁਰੂ ਵੱਲ ਇੱਕ ਕਦਮ ਲੈ ਕੇ ਚੱਲੋਗੇ ਤਾਂ ਉਹ 100 ਕਦਮ ਤੁਹਾਡੇ ਵੱਲ ਲੈ ਕੇ ਚੱਲੇਗਾ। ਯਾ ਸੋ ਹੈਵ ਦੈਟ ਫੇਥ ਐਂਡ ਸਟਾਰਟ ਵਾਕਿੰਗ। ਜੀ ਬਿਲਕੁਲ, ਮੈਨੂੰ ਲੱਗਦਾ ਕਿ ਸਾਨੂੰ ਗ੍ਰੰਥ ਦੇ ਨਾਲ ਚਾਹੇ ਕੋਈ ਵੀ ਧਾਰਮਿਕ ਗ੍ਰੰਥ ਹੋਣ, ਚਾਹੇ ਉਹ ਗੀਤਾ ਹੋਵੇ, ਚਾਹੇ ਕੁਰਾਨ ਹੋਣ, ਚਾਹੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੋਣ, ਕੋਈ ਵੀ ਗ੍ਰੰਥ ਹੋਵੇ, ਸਾਨੂੰ ਉਹ ਪੜ੍ਹ ਕੇ ਸਮਝਣਾ ਚਾਹੀਦਾ ਹੈ, ਨਾ ਕਿ ਰਟਣਾ ਚਾਹੀਦਾ ਆ। ਤੇ ਜਦੋਂ ਕੋਈ ਸ਼ਖਸ ਸਾਨੂੰ ਅਜਿਹਾ ਮਿਲ ਜਾਂਦਾ ਹੈ ਜਿਹੜਾ ਮਾਰਗਦਰਸ਼ਕ ਬਣ ਸਕਦਾ ਹੈ, ਤਾਂ ਉਹਨਾਂ ਦੇ ਮੈਸੇਜਸ ਜਿਹੜੇ ਨੇ ਉਹ ਸਾਡੇ ਤੱਕ ਬੜੇ ਸਰਲ ਤਰੀਕੇ ਨਾਲ ਪਹੁੰਚਾ ਸਕਦੇ ਨੇ। ਕਿਉਂਕਿ ਅਸੀਂ ਕਿਤਾਬਾਂ ਹੀ ਪੜ੍ਹਨੀਆਂ ਬੰਦ ਕਰ ਦਿੱਤੀਆਂ ਨੇ ਤਾਂ ਗ੍ਰੰਥ ਪੜ੍ਹਨੇ ਤਾਂ ਸਾਡੇ ਲਈ ਬਹੁਤ ਦੂਰ ਦੀ ਗੱਲ ਹੋ ਚੁੱਕੀ ਹੈ ਜੀ। ਬਿਲਕੁਲ। ਬਟ ਤੁਸੀਂ ਜਿੱਦਾਂ ਦੱਸਿਆ ਕਿ ਕਮਰੇ ਦੇ ਵਿੱਚ ਸਾਰਾ ਕੁਝ ਹੈਗਾ ਸਾਡੇ ਕੋਲੇ, ਤਾਂ ਸਾਨੂੰ ਪੜ੍ਹਾਈ ਜ਼ਰੂਰ ਸ਼ੁਰੂ ਕਰ ਦੇਣੀ ਚਾਹੀਦੀ ਹੈ ਜੀ, ਮੈਨੂੰ ਲੱਗਦਾ। ਰਾਈਟ। ਔਰ ਇਹਦੇ 'ਚ ਜਿੱਦਾਂ ਤੁਸੀਂ ਆਪ ਹੀ ਬੜਾ ਅੱਛਾ ਗੱਲ ਕੀਤੀ ਕਿ ਵੀ ਅਸੀਂ ਸਾਨੂੰ ਗੁਰੂ ਗ੍ਰੰਥ ਸਾਹਿਬ ਜਾਂ ਗੀਤਾ ਇਹਦਾ ਦਾ ਗਿਆਨ ਜਿਹੜਾ ਲੈਣਾ ਜ਼ਰੂਰੀ ਹੁੰਦਾ, ਪਰ ਇਹ 'ਤੇ ਕੰਮ ਕਰਨਾ ਜ਼ਰੂਰੀ ਜ਼ਿਆਦਾ ਹੁੰਦਾ। ਸੋ ਗਿਆਨ होना और ज्ञान में होना ये दो अलग अलग गल्लां है। ज्ञान बहुत लोगों को है, इन्फॉर्मेशन लेना, नॉलेज कितों लेना, स्क्रिप्चर्स पढ़ लेना, इट्स द ईजी पार्ट, पर उस ज्ञान नू प्रैक्टिकली अगे फॉलो करना वो जड़ा ਉਹਦੇ वास्ते एक स्ट्रक्चर्ड वे च जाना और एक किसी गुरु की गाइडेंस च रहना बहुत जरूरी है। क्योंकि सैल्फ मोटिवेशन नहीं होंदी, कई बार ਤੁਹਾਡੇ अंदर सैल्फ मोटिवेशन होंदी है, ਤੁਹਾਡੇ आस-पास कोई वो कम्यूनिटी उदां दी नहीं होंदी, तो इस संघ का हिस्सा बनना और स्टैप बाय स्टैप अगे ਵਧਣਾ। जो असीं छोटे ਸੀਗੇ ਸਾਨੂੰ
ਉਦੋਂ ਇੱਕ ਬ੍ਰਸ਼ ਕਰਨਾ ਵੀ ਨਹੀਂ ਸੀ ਆਉਂਦਾ ਸੀਗਾ ਤੇ ਸਾਡਾ ਪਹਿਲਾ ਟੀਚਰ ਪਹਿਲਾ ਗੁਰੂ ਜਿਹੜਾ ਉਹ ਸਾਡੀ ਮਦਰ ਸੀਗੀ, ਫਾਦਰ ਸੀਗਾ, ਫਿਰ ਆਸ-ਪਾਸ ਦੇ ਬੰਧੂ ਸੀਗੇ, ਪਰਿਵਾਰ ਸੀਗਾ, ਫਿਰ ਸਾਡੇ ਸਕੂਲ ਕਾਲਜ 'ਚ ਇੱਕ ਟੀਚਰ ਆਇਆ। ਸੋ ਸਪਿਰਿਚੁਅਲਿਟੀ ਨੂੰ ਫੋਲੋ ਕਰਨਾ ਵਿਦਆਊਟ ਏ ਟੀਚਰ ਮੈਨੂੰ ਉਹ ਆਪਣੇ ਆਪ 'ਚ ਤੁਸੀਂ ਵਿਚਾਰ ਕਰ ਸਕਦੇ ਹੋ ਵੀ ਕਿੰਨਾ ਮੁਸ਼ਕਿਲ ਹੋਏਗਾ ਕਿਉਂਕਿ ਬਹੁਤ ਲਾਰਜ ਟੌਪਿਕ ਔਰ ਕਨਸੈਪਟਸ ਨੇ ਉਹਦੇ 'ਚ। ਸੋ ਰੋਜ਼ ਉੱਠ ਕੇ ਪੜ੍ਹਨਾ ਕੋਈ ਪਾਠ ਪੜ੍ਹਨਾ ਇਟਸ ਅ ਫਸਟ ਸਟੈਪ। ਹਰ ਰਿਲੀਜਨ ਦੇ ਵਿੱਚ ਕੋਈ ਨਾ ਕੋਈ ਸਕ੍ਰਿਪਚਰ ਹੈਗਾ ਤਾਂ ਉਹਦਾ ਅਸੀਂ ਉੱਠ ਕੇ ਸਿਰਫ ਪਾਠ ਹੀ ਕਰੀਏ ਨਾ। ਰਿਲੀਜਨ ਜੋ ਅਸੀਂ ਕਈ ਵਾਰੀ ਬਨਾਨਾ ਪੀਲ ਵਾਂਗੂ ਸਮਝਦੇ ਹਾਂ, ਰੋਜ਼ ਉਹਦਾ ਬਨਾਨੇ ਦਾ ਪੀਲ ਖੋਲ੍ਹ ਲੈਂਦੇ ਹਾਂ ਪਰ ਅੰਦਰ ਜਿਹੜਾ ਸਪਿਰਿਚੁਅਲਿਟੀ ਦਾ ਜਿਹੜਾ ਕੇਲਾ ਹੈ ਉਹਨੂੰ ਅਸੀਂ ਖਾਂਦੇ ਨਹੀਂ ਗਏ। ਸੋ ਐਵਰੀ ਡੇ ਇਫ ਯੂ ਕੀਪ ਪੀਲਿੰਗ ਇਟ, ਐਵਰੀ ਡੇ ਇਫ ਯੂ ਗੋ ਐਂਡ ਟੂ ਏ ਟੈਂਪਲ ਟੂ ਏ ਗੁਰਦੁਆਰਾ ਜਿਵੇਂ ਪ੍ਰਸ਼ਾਦ ਲੈ ਕੇ ਜਾਂ ਥੋੜ੍ਹਾ ਪਾਠ ਕਰਕੇ ਵਾਪਸ ਆ ਜਾਈਏ ਪਰ ਜਿਹੜਾ ਰੀਅਲ ਉਹਦਾ ਰਿਜ਼ਲਟ ਹੈ ਜਿਹੜਾ ਉਹ ਅਸੀਂ ਖਾਈਏ ਨਹੀਂ। ਸੋ ਕਿਤੇ ਨਾ ਕਿਸੇ ਅਸੀਂ ਅਧੂਰੇ ਰਹਿ ਜਾਂਦੇ ਹਾਂ। ਸੋ ਯੈਸ ਇਟਸ ਵੈਰੀ ਇੰਪੋਰਟੈਂਟ ਟੂ ਲਰਨ ਸਮਥਿੰਗ ਫਰੋਮ ਦ ਸਕ੍ਰਿਪਚਰਸ ਬਟ ਵੇ ਮੋਰ ਇੰਪੋਰਟੈਂਟ ਕਿ ਅਸੀਂ ਉਸ ਪ੍ਰੈਕਟਿਸ ਉਹ ਜੋ ਵੀ ਉਹਨਾਂ ਨੇ ਕਿਹਾ ਉਹਦੇ 'ਤੇ ਕੰਮ ਕਰੀਏ ਸਸਟੇਨਡ ਵੇ ਦੇ ਵਿੱਚ ਅੰਡਰ ਸਮ ਗਾਈਡੈਂਸ। ਦੈਟ ਇਜ਼ ਵੈਰੀ ਇੰਪੋਰਟੈਂਟ। ਜੀ ਰਵੀ ਜੀ, ਇੱਕ ਬੜੀ ਚੀਜ਼ ਤੁਹਾਨੂੰ ਮੈਂ ਪੁੱਛਣ ਲੱਗਿਆ ਸ਼ਾਇਦ ਥੋੜੀ ਜਿਹੀ ਵਿਅਕਤੀਗਤ ਵੀ ਹੋਵੇ ਉਹ। ਤੁਸੀਂ ਆਰਟ ਆਫ ਲਿਵਿੰਗ ਦੇ ਵਿੱਚ ਇਸ ਵੇਲੇ ਟੀਚਰ ਹੋ, ਤੁਸੀਂ ਬਹੁਤ ਸਾਰੀਆਂ ਜ਼ਿੰਦਗੀਆਂ ਸਵਾਰਨ ਦੀ ਕੋਸ਼ਿਸ਼ ਕਰ ਰਹੇ ਹੋ, ਤੁਸੀਂ ਇੱਕ ਇੰਜੀਨੀਅਰ ਰਹੇ ਹੋ ਪਹਿਲਾਂ ਆਪਣੀ ਜ਼ਿੰਦਗੀ ਦੇ ਵਿੱਚ, ਤੁਸੀਂ ਇੱਕ ਆਮ ਸਧਾਰਨ ਯੂਥ ਵਾਲੀ ਲਾਈਫ ਵੀ ਜੀ ਹੋਊਗੀ। ਜਦੋਂ ਤੁਹਾਡੀ ਲਾਈਫ ਦੇ ਵਿੱਚ ਟਰਾਂਸਫੋਰਮੇਸ਼ਨ ਆਈ ਹੈ ਉਸ ਤੋਂ ਪਹਿਲਾਂ ਵਾਲਾ ਪਾਰਟ ਹੈ ਤੁਹਾਡਾ ਪਹਿਲਾ ਹਿੱਸਾ ਆ ਜਿਹੜਾ ਜ਼ਿੰਦਗੀ ਦਾ ਤੇ ਆ ਦੂਜਾ ਹਿੱਸਾ ਆ, ਇਹਦੇ ਵਿੱਚ ਕਿੰਨਾ ਕੁ ਅੰਤਰ ਤੁਹਾਨੂੰ ਮਹਿਸੂਸ ਹੋ ਰਿਹਾ ਹੈ? ਬਹੁਤ ਜ਼ਿਆਦਾ। ਇਨਫੈਕਟ ਜਿਹੜੇ ਮੈਂ ਆਪਣੇ ਆਪ 'ਤੇ ਕੀ ਕਹਾਂ ਜਿਹੜੇ ਮੇਰੇ ਆਸ-ਪਾਸ ਦੇ ਲੋਕ ਨੇ ਜੋ ਮੇਰੇ ਪੁਰਾਣੇ ਫਰੈਂਡਸ ਨੇ 30 ਸਾਲ ਪੁਰਾਣੇ ਉਹਨਾਂ ਦਾ ਆਬਜ਼ਰਵੇਸ਼ਨ ਮੇਰੇ ਬਾਰੇ ਹੈ ਕਿ ਵੀ ਸ਼ਾਇਦ ਉਹ ਰਵੀ ਜਿਹੜਾ ਉਹ ਤਾਂ ਹੈ ਹੀ ਨਹੀਂਗਾ ਹੁਣ, ਇਜ਼ ਨੋ ਮੋਰ ਨਾਓ। So there is a huge difference, not one but many transformations have happened, many realizations, बहुत realizations ਹੋਈਆਂ ਨੇ ਔਰ spirituality ਦਾ ਪਾਥ ਜਿਹੜਾ ਹੈ ਉਹ ਭਰਿਆ ਹੋਇਆ ਹੈ ਮਾਈਰੇਕਲਸ ਨਾਲ। ਬਹੁਤ ਕੌਤਕ ਭਰੀ ਦੁਨੀਆ ਹੈ। ਸੋ ਇਹਦੇ 'ਤੇ ਚੱਲਣਾ ਜਿਹੜਾ ਹੈ ਉਹ ਪਹਿਲਾਂ ਸ਼ਾਇਦ ਥੋੜ੍ਹਾ ਜਿਹਾ ਕੋਈ ਸਪਿਰਿਚੁਅਲ ਬੂਟ ਕੈਂਪ ਦੇ ਥਰੂ ਨਿਕਲਣਾ ਪੈਂਦਾ ਹੈ। ਉਹ ਇੱਕ ਵਾਰੀ ਤੁਸੀਂ ਉੱਥੋਂ ਨਿਕਲ ਜਾਓ ਦੈਨ ਸਲੋਲੀ ਜੇ ਤੁਸੀਂ ਕੰਮ ਕਰਦੇ ਰਹੋ। ਸਾਡੇ ਅੰਦਰ ਇੱਕ ਬਹੁਤ ਹੀ ਪਿਆਰੀ ਔਰ ਬਹੁਤ ਹੀ ਗਹਿਰੀ ਦੁਨੀਆ ਵਸੀ ਹੋਈ ਹੈ। ਤਾਂ ਇੱਕ ਵਾਰ ਤੁਸੀਂ ਉਹਦੇ ਨਾਲ ਟੱਚ 'ਚ ਆ ਜਾਓ ਅਤੇ ਉਹਦੇ ਨਾਲ ਤੁਹਾਡੇ ਅੰਦਰ ਜਿਹੜਾ ਉਹਦੀ ਜਿਹੜੀ ਨਾਮ ਖੁਮਾਰੀ ਹੈ ਸੋ ਉਹ ਤੁਹਾਡੇ ਅੰਦਰ ਵਸ ਜਾਏ ਅਤੇ ਦੈਨ ਇਟਸ ਅ ਡਿਫਰੈਂਟ ਵਰਲਡ ਆਲ ਟੂਗੈਦਰ। ਤੋ ਜੇ ਅਸੀਂ ਛੋਟੀਆਂ ਗੱਲਾਂ ਕਰੇ ਵੀ ਮੇਰੀ ਲਾਈਫ ਦੇ ਵਿੱਚ ਕੀ ਟਰਾਂਸਫੋਰਮੇਸ਼ਨਸ ਆਈਆਂ, ਸੋ ਮੇਰੀ ਬਾਡੀ ਲੈਵਲ 'ਤੇ, ਮੇਰੇ ਇੰਟਲੈਕਟ ਲੈਵਲ 'ਤੇ, ਮਾਈਂਡ ਲੈਵਲ 'ਤੇ ਅਤੇ ਮੇਰੇ ਸਪਿਰਿਚੁਅਲ ਲੈਵਲ 'ਤੇ ਹਰ ਲੈਵਲ 'ਤੇ ਮੇਰੇ ਫਰਕ ਪਿਆ ਹੈ। I was a born asthmatic, ਮੇਰੇ ਮਾਈਗ੍ਰੇਨਸ ਬੜੀਆਂ ਹੁੰਦੀਆਂ ਸੀਗੀਆਂ। ਸੋ ਇਹ ਤਾਂ ਬਾਡੀ ਲੈਵਲ ਦੇ ਉੱਤੇ ਹੋਰ ਵੀ ਕਈ ਇੱਦਾਂ ਦੇ ਵਿਕਾਰ ਸੀਗੇ ਪਰ ਮਾਈਂਡ ਲੈਵਲ ਦੇ ਉੱਤੇ ਕਈ ਤਰ੍ਹਾਂ ਦੀਆਂ ਛੋਟੀਆਂ ਐਡਿਕਸ਼ਨ ਸੀਗਾ। ਆਈ ਵਾਜ਼ ਵੈਰੀ ਐਂਬੀਸ਼ੀਅਸ, ਮੇਰਾ ਸ਼ਾਰਟ ਟੈਂਪਰਡ ਵੀ ਸੀਗਾ। ਸੋ ਮਾਈਂਡ ਦੇ ਵਿੱਚ ਕਈ ਇਹੋ ਜਿਹੇ ਇੰਪ੍ਰੈਸ਼ਨਸ ਹੁੰਦੇ ਨੇ ਜਿਹੜੇ ਇੰਨੇ ਈਜ਼ੀਲੀ ਨਹੀਂ ਤੁਸੀਂ ਉਹਨਾਂ 'ਚੋਂ ਨਿਕਲ ਸਕਦੇ। ਦੈਨ ਸਪਿਰਿਟ ਲੈਵਲ ਦੇ ਉੱਤੇ ਵੀ ਕਿੰਨੇ ਹੀ ਮਾਰਕਸ ਲੱਗੇ ਹੁੰਦੇ ਨੇ ਜਿਨ੍ਹਾਂ ਨੂੰ ਕੱਢਣਾ ਈਜ਼ੀ ਨਹੀਂ ਹੁੰਦਾ ਬਟ ਵਿਦ ਸਸਟੇਨਡ ਐਫਰਟ for a certain period of time under somebody's guidance as I say। ਸੋ ਇਹ ਇੱਕ ਪਤੰਜਲੀ ਦਾ ਰਾਹ ਹੈ, ਇੱਕ ਵਿਦਾਂਤਾ ਦਾ ਰਾਹ ਹੈ, ਇੱਕ ਸਾਡੇ ਗੁਰੂਆਂ ਨੇ ਜਿਹੜਾ ਰਾਹ ਦਿੱਤਾ ਹੋਇਆ ਉਹ ਹੈ ਪਰ ਉਹਦਾ ਐਕਚੁਅਲ ਚੱਲਣਾ ਬਹੁਤ ਜ਼ਰੂਰੀ ਹੈ। ਜੇ ਤੁਸੀਂ ਦਿੱਲੀ ਜਾਣਾ ਅਤੇ ਰਾਹ 'ਚ ਕਿਤੇ ਜਦ ਘਰੋਂ ਨਿਕਲ ਆਓ ਔਰ ਰਾਹ 'ਚ ਉੱਥੇ ਸੜਕ ਦੇ ਉੱਤੇ ਕੋਈ ਛੋਟਾ ਜਿਹਾ ਮਾਈਲਸਟੋਨ ਹੈ ਉਹਦੇ 'ਤੇ ਲਿਖਿਆ ਹੋਵੇ ਦਿੱਲੀ 250 ਕਿਲੋਮੀਟਰਜ਼ ਅਪ ਨਾਰਥ ਵੀ ਇੱਧਰ ਜਾਓਗੇ ਤਾਂ 250 ਕਿਲੋਮੀਟਰ ਦਿੱਲੀ ਮਿਲ ਜਾਏਗਾ। ਜੇ ਤੁਸੀਂ ਰੋਜ਼ ਸਵੇਰੇ ਜਾ ਕੇ ਉਸ ਮੀਲ ਪੱਥਰ ਦੇ ਉੱਤੇ ਬਹਿ ਜਾਓ ਔਰ ਅੱਗੇ ਚੱਲੋ ਨਹੀਂ ਤਾਂ ਤੁਸੀਂ ਉੱਥੇ ਹੀ ਰਹੋਗੇ ਪਰ ਜੋ ਉੱਤੇ ਡਾਇਰੈਕਸ਼ਨ ਹੈਗੀ ਹੈ ਜੋ ਲੈ ਕੇ ਅੱਗੇ ਚੱਲੋਗੇ ਦੈਨ ਯੂ। ਸੋ ਫॉर ਮੀ ਦ ਡਿਫਰੈਂਸ ਵਾਜ਼ ਕਿ ਆਈ ਸਟਾਰਟਿਡ ਵਾਕਿੰਗ ਬਟ ਅਗੇਨ ਦੇਰ ਵਰ ਸੋ ਮੈਨੀ ਪੀਪਲ ਜਿਹੜੇ ਮੇਰੇ ਨਾਲ ਚੱਲ ਰਹੇ ਸੀਗੇ। ਇੱਕ ਸੰਘ ਸੀਗਾ ਅਤੇ ਜਿਹੜੇ ਮੇਰੇ ਟੀਚਰ ਸੀਗੇ, ਗਾਈਡ ਸੀਗੇ, ਉਹਨਾਂ ਨੇ ਬੜੀ ਹੈਲਪ ਕੀਤੀ। ਸੋ ਰੀਅਲਾਈਜੇਸ਼ਨ ਟਰਾਂਸਫੋਰਮੇਸ਼ਨ ਬਹੁਤ ਰਹੀਆਂ ਹਨ ਜੀ। ਰਵੀ ਜੀ, ਤੁਸੀਂ ਆਰਟ ਆਫ ਲਿਵਿੰਗ ਦੇ ਵੈਨਕੂਵਰ ਚੈਪਟਰ ਦੇ ਟੀਚਰ ਵੀ ਹੋ। ਬਹੁਤ ਸਾਰੇ ਯੰਗ ਬੱਚੇ ਤੁਹਾਨੂੰ ਮਿਲਦੇ ਨੇ, ਬਹੁਤ ਸਾਰੇ ਬਜ਼ੁਰਗ ਤੁਹਾਨੂੰ ਮਿਲਦੇ ਨੇ। ਤੁਸੀਂ ਵੈਨਕੂਵਰ ਚੈਪਟਰ ਦੇ ਟੀਚਰ ਹੋ ਜੀ ਆਰਟ ਆਫ ਲਿਵਿੰਗ ਦੇ। ਇਹਦੇ ਵਿੱਚ ਤੁਹਾਨੂੰ ਕੀ ਲੱਗਦਾ ਹੈ ਕਿ ਕਿਸ ਉਮਰ ਦੇ ਵਿਅਕਤੀ ਨੂੰ ਮੋਲਡ ਕਰਨਾ ਈਜ਼ੀ ਹੈ ਰੱਬ ਵਾਲੇ ਪਾਸੇ? ਅਕਸਰ ਇਹ ਕਿਹਾ ਜਾਂਦਾ ਆ ਕਿ ਜੀ ਜਦੋਂ ਬਜ਼ੁਰਗ ਹੋ ਜਾਂਦਾ ਬੰਦਾ ਉਦੋਂ ਰੱਬ ਵੱਲ ਨੂੰ ਮੁੜਦਾ ਆ
ਤੇ ਯੰਗ ਬੱਚੇ ਨੂੰ ਤਾਂ ਹਜੇ ਜ਼ਿੰਦਗੀ ਜੀ ਲੈਣ ਦਿਓ ਜੀ। ਸਪਿਰਚੁਅਲਿਟੀ ਸਾਡੇ ਸਾਰਿਆਂ 'ਚ ਹੀ ਹੈਗੀ ਹੈ। ਕੋਈ ਵੀ ਇੱਥੇ ਹਿਊਮਨ ਇਨਫੈਕਟ ਕੋਈ ਵੀ ਪ੍ਰਾਣੀ ਜਿਹੜਾ ਹੈ ਉਹ ਬਿਨਾਂ ਸਪਿਰਿਟ ਤੋਂ ਤਾਂ ਹੁੰਦਾ ਹੀ ਨਹੀਂ ਗਾ। ਤਾਂ ਸਪਿਰਚੁਅਲਿਟੀ ਤਾਂ ਸਾਰਿਆਂ 'ਚ ਹੀ ਹੁੰਦੀ ਹੈ। ਬਟ ਯੈਸ, ਇਹ ਬੜਾ ਅੱਛਾ ਸਵਾਲ ਹੈ ਕਿ ਵੀ ਕਿਸ ਸਟੇਜ ਦੇ ਵਿੱਚ ਐਂਟਰ ਕਰਨਾ ਈਜ਼ੀ ਹੈ। ਇਨਫੈਕਟ ਜਿਹੜੇ ਬੱਚੇ ਨੇ, ਛੋਟੇ ਬੱਚੇ ਨੇ, ਜੇ ਤੁਸੀਂ ਧਿਆਨ ਨਾਲ ਉਹਨਾਂ ਨੂੰ ਦੇਖੋ, ਬਹੁਤ ਹੀ ਸਪਿਰਚੁਅਲ ਹੁੰਦੇ ਨੇ। ਦੇ ਆਲਮੋਸਟ ਹਾਫ ਐਨਲਾਈਟਨਡ। ਉਹਨਾਂ ਦੀ ਜਿਹੜੀਆਂ ਸਿੰਪਲਿਸਿਟੀ ਹੈ, ਇਨੋਸੈਂਸ ਹੈ। ਸਪਿਰਚੁਅਲਿਟੀ ਦਾ ਰੀਅਲ ਜਿਹੜਾ ਏਮ ਹੈ ਉਹ ਇਹੀ ਹੈ ਕਿ ਵੀ ਤੁਸੀਂ ਇੱਕ ਬੈਲੈਂਸਡ ਔਰ ਹੈਪੀ ਸੈਲੀਬ੍ਰੇਟਰੀ ਲਾਈਫ ਲੀਡ ਕਰੋ। ਅਤੇ ਉਹ ਸਟੇਜ 'ਤੇ ਜੇ ਪਹੁੰਚਣਾ ਹੈ, ਉਹਦੀ ਜਰਨੀ ਜਿਹੜੀ ਹੈ ਤੁਹਾਡੇ ਬਚਪਨ 'ਚ ਐਕਚੁਅਲੀ ਸ਼ੁਰੂ ਹੋਈ ਹੁੰਦੀ ਹੈ ਬੜੇ ਲਾਰਜ ਸਕੇਲ 'ਤੇ। ਜੇ ਤੁਸੀਂ ਕਿਸੇ ਬੱਚੇ ਨੂੰ ਦੇਖੋ, ਉਹ ਪੂਰੇ ਪ੍ਰੈਜ਼ੈਂਟ ਮੂਮੈਂਟ 'ਚ ਹੁੰਦਾ ਹੈ। ਉਹ ਜੋ ਰੋਂਦਾ ਹੈ ਤਾਂ ਪੂਰਾ ਰੋਏਗਾ, 100% ਕਰੇਗਾ। ਜੋ ਖੁਸ਼ ਹੈ ਤਾਂ ਇੱਕਦਮ ਖੁਸ਼ ਹੈ। ਉਹ ਆਲਮੋਸਟ ਯੋਗਿਕ ਹੁੰਦਾ, ਉਹਦੀ ਬੋਡੀ ਇੰਨੀ ਫਲੈਕਸੀਬਲ ਹੁੰਦੀ ਹੈ। ਐਂਡ ਉਹਦੇ ਵੀ ਉੱਦਾਂ ਹੀ ਉਹ ਜਦੋਂ ਸਲੋਲੀ ਉਹ ਅੱਗੇ ਵੱਧਦਾ ਅਤੇ ਵਿਦ ਟਾਈਮ ਸਟਰੈਸ, ਵਰਕ, ਜੋ ਵੀ ਅੱਜ ਕੱਲ੍ਹ ਦੀ ਮਾਡਰਨ ਲਾਈਫ ਦੀ ਲਾਈਫ ਹੈਗੀ ਹੈ, ਉਹਦੇ ਨਾਲ ਉਹ ਕਿਤੇ ਨਾ ਕਿਤੇ ਸਟਿਫ ਹੁੰਦਾ ਚਲਾ ਜਾਂਦਾ ਹੈ। ਸੋ ਬਾਈ ਦ ਟਾਈਮ ਜੇ ਤੁਸੀਂ ਆਪਣੇ 40 'ਚ ਪਹੁੰਚਦੇ ਹੋ, ਜਦੋਂ ਤੁਸੀਂ ਸਮਝਦੇ ਹੋ ਕਿ ਹੁਣ ਮੇਰੇ ਕੋਲ ਥੋੜ੍ਹਾ ਟਾਈਮ ਹੈਗਾ, ਮੈਂ ਸਪਿਰਚੁਅਲਿਟੀ 'ਚ ਆਉਣਾ ਚਾਹੁੰਦਾ, ਪਰ ਤੁਹਾਡੀ ਮਾਈਂਡ ਦੇ ਵਿੱਚ ਕਿੰਨੇ ਹੀ ਇਹੋ ਜਿਹੇ ਇੰਪਰੈਸ਼ਨ ਸਟਰੋਂਗ ਹੋ ਚੁੱਕੇ ਹੁੰਦੇ। ਤੁਹਾਡੀ ਮਾਈਂਡ ਦੀ ਕੰਡੀਸ਼ਨਿੰਗ ਇੰਨੀ ਜ਼ਿਆਦਾ ਹੋ ਚੁੱਕੀ ਹੁੰਦੀ ਹੈ ਕਿ ਉਹਨੂੰ ਅਨਡੂ ਕਰਨਾ ਉਹ ਥੋੜ੍ਹਾ ਜਿਹਾ ਐਫਰਟ ਜ਼ਿਆਦਾ ਲੱਗਦਾ ਹੈ। ਸੋ ਰਾਈਟ ਏਜ ਫॉर ਮੀ, ਆਈ ਵੁੱਡ ਬਿਲੀਵ ਕਿ ਵੈਨ ਯੂ ਆਰ ਐਂਟਰਿੰਗ ਇਨਟੂ 20s, ਉਦੋਂ ਥੋੜ੍ਹਾ ਜਿਹਾ ਕਿਤੇ ਨਾ ਕਿਤੇ ਤੁਹਾਨੂੰ ਇੰਟਰੋਡਕਸ਼ਨ ਹੋ ਜਾਣੀ ਜ਼ਰੂਰੀ ਹੈ। ਐਂਡ ਯੂ ਸ਼ੁੱਡ ਕੀਪ ਇਟ ਵਿਦ ਯੂ। ਯੂਥ ਦੇ ਨਾਲ ਮੈਂ ਬਹੁਤ ਕੰਮ ਕੀਤਾ ਹੈ ਐਂਡ ਆਈ ਹੈਵ ਬੀਨ ਵੈਰੀ ਫੋਰਚੂਨੇਟ ਕਿ ਮੇਰੇ ਨਾਲ ਹਰ ਤਰ੍ਹਾਂ ਦੇ ਯੂਥ ਕਨੈਕਟਡ ਰਹੇ ਨੇ। ਉਹ ਜਿਹੜੇ ਬਿਲਕੁਲ ਪਹਿਲਾਂ ਤੋਂ ਅੰਦਰ ਪੱਕੇ ਹੋਏ ਸੀਗੇ, ਸਪਿਰਚੁਅਲ ਸੀਗੇ ਉਹ ਵੀ, ਔਰ ਕੋਈ ਐਸੇ ਜਿਹੜੇ ਕਿਤੇ ਨਾ ਕਿਤੇ ਭਟਕੇ ਹੋਏ ਸੀਗੇ। ਕਈ ਇਹੋ ਜਿਹੇ ਜਿਨ੍ਹਾਂ ਨੇ ਬਹੁਤ ਹੀ ਗਹਿਰੇ ਔਰ ਡੂੰਘੇ ਪਾਣੀਆਂ 'ਚੋਂ ਨਿਕਲ ਕੇ ਗਏ ਸੀਗੇ, ਜਿਨ੍ਹਾਂ 'ਚੋਂ ਉਹਨਾਂ ਨੂੰ ਲੱਗਦਾ ਸੀ ਸਾਨੂੰ ਕੋਈ ਕੱਢ ਨਹੀਂ ਸਕਦਾ, ਔਰ ਉਹਨਾਂ ਦੇ ਵਿੱਚ ਮੈਂ ਟਰਾਂਸਫੋਰਮੇਸ਼ਨਸ ਦੇਖੀਆਂ ਨੇ। ਮੈਂ ਆਪ ਇਹੋ ਜਿਹਾ ਇੱਕ ਲਾਈਫ ਦੇ ਵਿੱਚੋਂ ਨਿਕਲ ਕੇ ਆਇਆ ਸੀਗਾ। ਜਦੋਂ ਮੇਰੀ ਲਾਈਫ ਦੇ ਵਿੱਚ ਚੇਂਜਿਸ ਆਈਆਂ, ਸੋ ਫॉर ਮੀ ਮੇਰੇ ਵਾਸਤੇ ਬਹੁਤ ਈਜ਼ੀ ਸੀਗਾ ਉਹ ਜਿਹੇ ਯੂਥ ਨਾਲ ਕਨੈਕਟ ਹੋਣਾ। ਸੋ ਆਈ ਵੁੱਡ ਸੇ ਕਿ ਯੂ ਸਟਾਰਟ ਯੰਗ ਵੈਨ ਇਟ ਇਜ਼ ਪੋਸੀਬਲ ਫॉर ਯੂ ਟੂ ਵੀ, ਤੁਹਾਡੇ ਵਾਸਤੇ ਈਜ਼ੀ ਹੈ ਕਿ ਵੀ ਯੂ ਕੈਨ ਬੀ ਟ੍ਰੇਨਡ, ਯੂਰ ਮਾਈਂਡ ਕੈਨ ਬੀ ਕੰਡੀਸ਼ਨਡ ਇਨ ਅ ਸਰਟਨ ਵੇ। ਬਟ ਯੈਸ, ਕੋਈ ਵੀ ਏਜ ਜਿਹੜੀ ਹੈ ਉਹ ਇਟਸ ਨਾਟ ਟੂ ਲੇਟ। ਜਿਹੜੇ ਸਾਡੇ ਆਰਟੋਲੀਨ ਦੇ ਵਿੱਚ ਲੋਕ ਜੁੜੇ ਨੇ ਉਹ 50s 'ਚ ਵੀ ਆਏ ਨੇ, 60s 'ਚ ਵੀ ਆਏ ਨੇ। ਮੈਡੀਟੇਸ਼ਨ ਕਿਸੇ ਵੀ ਸਟੇਜ 'ਤੇ ਤੁਸੀਂ ਸ਼ੁਰੂ ਕਰ ਸਕਦੇ ਹੋ। ਇੱਕ ਅੱਛੀ ਪੋਜ਼ੀਟਿਵ ਲਾਈਫ ਲੀਡ ਕਰਨ ਵਾਸਤੇ ਕੋਈ ਬਹਾਨਾ ਨਹੀਂ ਚਾਹੀਦਾ, ਕੋਈ ਏਜ ਦਾ ਕੋਈ ਉਹਦੇ 'ਚ ਬੈਰੀਅਰ ਨਹੀਂ ਹੋਣਾ ਚਾਹੀਦਾ। ਸੋ ਯਾ ਜੀ। ਰਵੀ ਜੀ, ਆਰਟ ਆਫ ਲਿਵਿੰਗ ਕਿਸ ਤਰੀਕੇ ਨਾਲ ਮਦਦ ਕਰ ਸਕਦਾ ਆ ਇੱਕ ਸ਼ਖਸ ਦੀ ਜ਼ਿੰਦਗੀ ਨੂੰ ਬਦਲਣ ਲਈ, ਜਾਂ ਕਿਸ ਤਰ੍ਹਾਂ ਦੀਆਂ ਐਕਸਰਸਾਈਜ਼ਸ, ਕਿਸ ਤਰ੍ਹਾਂ ਦੀਆਂ ਪ੍ਰੈਕਟਿਸਿਸ ਆਰਟ ਆਫ ਲਿਵਿੰਗ ਦੇ ਵਿੱਚ ਹੁੰਦੀਆਂ ਨੇ ਇੱਕ ਸ਼ਖਸ ਦੀ ਲਾਈਫ ਨੂੰ ਤਬਦੀਲ ਕਰਨ ਲਈ? ਜੀ, ਆਰਟ ਆਫ ਲਿਵਿੰਗ ਦਾ ਜਿਹੜਾ ਮੇਨ ਫੋਕਸ ਹੈ, ਜਿਹੜਾ ਸ਼੍ਰੀ ਰਵੀ ਸ਼ੰਕਰ ਜੀ ਦਾ ਜਿਹੜਾ ਮੇਨ ਮਿਸ਼ਨ ਸੀਗਾ, ਉਹਨਾਂ ਦਾ ਇਹ ਸੀਗਾ ਕਿ ਵੀ ਮੈਂ ਹਰ ਇਨਸਾਨ ਦੇ ਚਿਹਰੇ 'ਤੇ ਮੁਸਕਾਨ ਲੈ ਕੇ ਆਵਾਂ, ਉਹਨੂੰ ਇੱਕ ਡਿਜ਼ੀਜ਼ ਫਰੀ ਬੋਡੀ ਅਤੇ ਸਟ੍ਰੈਸ ਫਰੀ ਮਾਈਂਡ ਦਿਆਂ, ਅਤੇ ਇੱਕ ਕਮਿਊਨਿਟੀ ਇਹੋ ਜਿਹੀ ਬਣਾਈ ਜਾਵੇ ਜਿਹਦੇ ਵਿੱਚ ਕੋਈ ਵਾਇਲੈਂਸ ਨਾ ਹੋਵੇ। ਤਾਂ ਵਾਇਲੈਂਸ ਫਰੀ ਕਮਿਊਨਿਟੀ, disease free body and stress free mind and quiver free breath। ਜਦੋਂ ਤੁਸੀਂ ਕੋਈ ਬ੍ਰੈਥ ਵੀ ਲਓ ਤਾਂ ਉਹਦੇ ਵਿੱਚ ਕੋਈ ਸ਼ੇਕਿੰਗ ਨਾ ਹੋਵੇ। ਸੋ ਉਹਨਾਂ ਨੇ ਜੋ ਪਾਥ ਬਣਾਇਆ ਸੀਗਾ ਉਹਦੇ ਵਿੱਚ ਇੱਕ ਨਹੀਂ ਕਈ ਤਰ੍ਹਾਂ ਦੀਆਂ ਵਰਕਸ਼ਾਪਸ ਨੇ। ਸੋ ਪ੍ਰੈਕਟੀਕਲ ਵਰਕਸ਼ਾਪਸ ਨੇ ਜਿਹਦੇ ਵਿੱਚ ਇਹ ਨਹੀਂ ਕਿ ਸਿਰਫ ਕੋਈ ਟੀਚਰ ਆ ਕੇ ਪ੍ਰਵਚਨ ਦੇ ਰਿਹਾ। ਸੋ ਇਹੋ ਜਿਹੀਆਂ ਟੈਕਨੀਕਸ ਜਿਹੜੀਆਂ ਸਿੰਪਲ ਨੇ, ਤੁਸੀਂ ਆਪਣੇ ਘਰ ਦੇ ਵਿੱਚ ਹਾਫ ਐਨ ਆਵਰ ਤੋਂ ਲੈ ਕੇ ਅਤੇ ਡੇਢ ਘੰਟੇ ਤੱਕ ਵੀ ਕਰ ਸਕਦੇ ਹੋ, ਔਰ ਉਹਦੇ ਨਾਲ ਤੁਹਾਡੀ ਜਿਹੜੀ ਬਾਡੀ ਹੈ ਅਤੇ ਮਾਈਂਡ ਹੈ। ਅਸੀਂ ਦੇਖੋ ਸ਼ਾਵਰ ਲੈਂਦੇ ਹਾਂ, ਹੋਰ ਕਈ ਤਰ੍ਹਾਂ ਦੀਆਂ ਅਸੀਂ ਸ਼ੌਚ ਦਾ ਕੰਮ ਕਰਦੇ ਹਾਂ, ਪਰ ਅਸੀਂ ਮਾਈਂਡ ਦੇ ਉੱਤੇ ਕਦੀ ਨਹੀਂ ਕੰਮ ਕਰਦੇ। ਬਾਡੀ ਦੇ ਉੱਤੇ ਬਹੁਤ ਜਿਮ 'ਚ ਵੀ ਜਾਂਦੇ ਹਾਂ, ਖਾਣਾ ਵੀ ਠੀਕ ਖਾ ਲਾਂਗੇ, ਸਾਰਾ ਕੁਝ ਬਾਡੀ ਕੌਨਸ਼ੀਅਸਨੈਸ ਅਸੀਂ ਬਹੁਤ ਲੈਂਦੇ ਹਾਂ, ਪਰ ਇਸ ਮਾਈਂਡ ਨੂੰ ਸਮਝਣ ਦਾ ਜਾਂ ਇਸ ਮਾਈਂਡ ਨੂੰ ਮੈਨੇਜ ਕਰਨ ਦਾ ਸਾਡੇ ਕੋਲ ਕੋਈ ਤਰੀਕਾ ਨਹੀਂ ਹੁੰਦਾ। ਸੋ ਆਰਟ ਦਾ ਮੇਨ ਫੋਕਸ ਹੈਗਾ ਕਿ ਇਸ ਮਾਈਂਡ ਨੂੰ ਇਹਦੀ ਕੁਆਲਿਟੀ ਕਿੱਦਾਂ ਇੰਪਰੂਵ ਕੀਤੀ ਜਾਏ। ਆਫਟਰ ਆਲ ਤੁਹਾਡੀ ਜਿਹੜੀ ਲਾਈਫ ਦੀ ਕੁਆਲਿਟੀ ਹੈ ਉਹ ਕੁਆਲਿਟੀ ਆਫ ਯੋਰ ਮਾਈਂਡ, ਅਤੇ ਉਹਨੂੰ ਅਸੀਂ ਬ੍ਰੈਥ ਦੇ ਨਾਲ ਡਾਇਰੈਕਟ ਕਨੈਕਟ ਕਰਦੇ ਹਾਂ ਕਿ ਵੀ ਬ੍ਰੈਥ ਇਜ਼ ਫਰੀ, ਬ੍ਰੈਥ ਤੋਂ ਬਿਨਾਂ ਤੁਸੀਂ ਆਪ 2 ਮਿੰਟ ਵੀ ਨਹੀਂ ਰਹਿ ਸਕਦੇ। ਸੋ ਕਿਤੇ ਨਾ ਕਿਤੇ ਇੱਕ ਬ੍ਰੈਥ ਦਾ ਸਾਡੇ ਮਾਈਂਡ ਨਾਲ ਬਹੁਤ ਹੀ ਸਟਰੋਂਗ ਕਨੈਕਸ਼ਨ ਹੈ। ਸੋ ਉਹਦੇ ਵਾਸਤੇ ਅਸੀਂ ਇੰਟਰੋਡਕਟਰੀ ਵਰਕਸ਼ਾਪਸ ਜਿਹੜੀਆਂ ਫਰੀ ਹੁੰਦੀਆਂ ਨੇ ਉਹ ਅਸੀਂ ਦਿੰਦੇ ਹਾਂ। ਵੈਂਕੂਵਰ ਦੇ ਵਿੱਚ ਵੀ, ਆਲ ਓਵਰ ਦਾ ਵਰਲਡ ਅਸੀਂ ਦਿੰਦੇ ਹਾਂ। ਵੈਂਕੂਵਰ 'ਚ ਅਸੀਂ ਇੱਕ ਵੈਂਕੂਵਰ ਚੈਪਟਰ ਹੈ, ਇੱਕ ਸਰੀ ਚੈਪਟਰ ਹੈ, ਉਹਦੇ ਵਿੱਚ ਵੀਕਲੀ ਵਰਕਸ਼ਾਪਸ ਹੁੰਦੀਆਂ ਨੇ ਜਿਹਦੇ ਵਿੱਚ ਅਸੀਂ 1.5 ਘੰਟੇ ਦੇ ਵਿੱਚ ਅਸੀਂ ਪੂਰਾ ਐਕਸਪਲੇਨ ਵੀ ਕਰਦੇ ਹਾਂ ਕਿ ਵੀ ਤੁਸੀਂ ਕਿੱਦਾਂ ਇਨ ਪ੍ਰੋਗਰਾਮਸ ਤੋਂ ਤੁਸੀਂ ਹੈਲਪ ਲੈ ਸਕਦੇ ਹੋ। ਬਟ ਸੰਖੇਪ ਦੇ ਵਿੱਚ
ਅਸੀਂ ਇਹੋ ਜਿਹੀਆਂ ਵਰਕਸ਼ਾਪਸ ਦੇ ਵਿੱਚ ਤੁਹਾਨੂੰ ਲਿਆ ਕੇ ਟ੍ਰੇਨ ਕਰਦੇ ਹਾਂ ਕਿ ਵੀ ਤੁਸੀਂ ਬ੍ਰੈਥ ਦੇ ਨਾਲ ਮੈਡੀਟੇਟਿਵ ਤੇ ਹੈਪੀ ਐਂਡ ਕਾਮ ਸਟੇਟ ਆਫ ਮਾਈਂਡ ਕਿੱਦਾਂ ਲੈ ਕੇ ਆ ਸਕਦੇ ਹੋ। ਐਂਡ ਵੰਸ ਯੂ ਹੈਵ ਅ ਕਾਮ ਸਟੇਟ ਆਫ ਮਾਈਂਡ, ਫਿਰ ਤੁਸੀਂ ਇਸ ਲਾਈਫ ਨੂੰ ਕਿਸੇ ਵੀ ਤਰੀਕੇ ਸਿਰ ਹੈਲਪ ਲੈ ਕੇ ਤੁਸੀਂ ਜੀ ਸਕਦੇ ਹੋ। ਜੀ ਰਵੀ ਜੀ, ਲਾਸਟ ਕੁਐਸਚਨ ਹੈ, ਸਭ ਤੋਂ ਪਹਿਲਾ ਟਿਪ ਜਾਂ ਇੱਕ ਗੁਰ ਦੇ ਜਾਓ ਜੀ ਇਸ ਪ੍ਰੋਗਰਾਮ ਦੇ ਵਿੱਚ, ਜਿਹੜਾ ਹਜੇ ਕੈਂਪਸ ਦੇ ਵਿੱਚ ਸ਼ਖਸ ਨਹੀਂ ਆ ਸਕਦਾ ਜਾਂ ਨਹੀਂ ਆਉਣਾ ਚਾਹੁੰਦਾ, ਉਹਨੂੰ ਇੱਕ ਟਿਪ ਜ਼ਰੂਰ ਦੇ ਜਾਓ ਕਿ ਉਹ ਕਿਸ ਤਰੀਕੇ ਨਾਲ ਆਪਣੀ ਲਾਈਫ ਨੂੰ ਸਿੱਧੇ ਪਾਸੇ ਨੂੰ ਪਾਵੇ। ਦੇਖੋ, ਹਰ ਇੱਕ ਸਾਡੇ ਸਾਰਿਆਂ ਦੇ ਵਿੱਚ ਅੰਦਰ ਇੱਕ ਅੰਦਰੂਨੀ ਚਾਹ ਹੁੰਦੀ ਹੈ। ਕੋਈ ਵੀ ਇਨਸਾਨ ਇਹੋ ਜਿਹਾ ਨਹੀਂ ਹੈ ਜਿਹੜਾ ਅੰਦਰੋਂ ਆਪਣੇ ਆਪ ਨੂੰ ਇੰਪਰੂਵ ਨਹੀਂ ਕਰਨਾ ਚਾਹੁੰਦਾ। ਅਸੀਂ ਤਾਂ ਹੀ ਇੰਨੇ ਕ੍ਰਿਟੀਕਲ ਹੁੰਦੇ ਹਾਂ, ਜਜਮੈਂਟਲ ਹੁੰਦੇ ਹਾਂ ਦੂਜਿਆਂ ਬਾਰੇ ਵੀ ਔਰ ਆਪਣੇ ਬਾਰੇ ਵੀ। ਮੋਸਟਲੀ ਅਸੀਂ ਆਪਣੇ ਬਾਰੇ ਹੁੰਦੇ ਹਾਂ। ਸਾਨੂੰ ਕੋਈ ਆ ਕੇ 10 ਗੱਲਾਂ ਬੁਰੀਆਂ ਕਹਿ ਕੇ ਚਲੇ ਜਾਏ ਤਾਂ ਕਈ ਵਾਰੀ ਇੰਨੀਆਂ ਨਹੀਂ ਚੁੱਭਦੀਆਂ ਜਿੰਨੀਆਂ ਬਾਅਦ ਸਾਨੂੰ ਕੋਈ ਗੱਲ ਜਿਹੜੀ ਅਸੀਂ ਕਿਸੇ ਹੋਰ ਨੂੰ ਕਹੀ ਹੈ ਉਹ ਜ਼ਿਆਦਾ ਚੁੱਭਦੀ ਰਹਿੰਦੀ ਹੈ ਕਿ ਸ਼ਾਇਦ ਮੈਨੂੰ ਇਹ ਨਹੀਂ ਸੀ ਕਹਿਣਾ ਚਾਹੀਦਾ, ਜਾਂ ਮੈਂ ਸ਼ਾਇਦ ਉੱਥੇ ਜ਼ਿਆਦਾ ਚੰਗਾ ਪਰਫਾਰਮ ਕਰਕੇ ਆਉਂਦਾ। ਸੋ ਸਭ ਤੋਂ ਪਹਿਲੀ ਗੱਲ ਤੇ ਜਿਹੜੀ ਮੈਂ ਇੱਕੋ ਹੀ ਗੱਲ ਜਿਹੜੀ ਕਹਾਂਗਾ ਕਿ ਤੁਸੀਂ ਇੱਕ ਤਾਂ ਜਜਮੈਂਟਲ ਹੋਣਾ ਜਿਹੜਾ ਨਾ, ਆਪਣੇ ਆਪ ਨੂੰ ਤੇ ਦੂਜਿਆਂ ਨੂੰ ਜਜਮੈਂਟ ਜੇ ਤੁਸੀਂ ਕਰਨੀ ਘੱਟ ਕਰ ਦਿਓ, ਤੇ ਜੇ ਕੋਈ ਐਫਰਟ ਕਰਨਾ ਹੈ ਤੇ ਉਹਦੇ ਵਾਸਤੇ ਕੋਈ ਵੀ ਤੁਹਾਨੂੰ ਸੰਸਥਾ ਮਿਲਦੀ ਹੈ ਜਿੱਥੇ ਤੁਸੀਂ ਜਾ ਕੇ ਕੁਝ ਵੀ ਸਿੱਖ ਸਕਦੇ ਹੋ ਇਵੋਲਵ ਹੋਣ ਵਾਸਤੇ, ਆਪਣੀ ਇਵੋਲੂਸ਼ਨ ਵਾਸਤੇ। ਬਿਕੋਜ਼ ਜਿਹੜੀ ਐਂਡ ਗੇਮ ਹੈ ਇਸ ਲਾਈਫ ਦੀ ਇਹ ਹੈ ਕਿ ਜੇ ਤੁਸੀਂ ਮਨੁੱਖਿਆ ਪਰਿਵਾਰ ਲਿਆ, ਮਨੁੱਖਿਆ ਜੇ ਤੁਸੀਂ ਜਨਮ ਲਿਆ ਹੈ ਤੇ ਉਹਦੇ ਵਿੱਚ ਜੇ ਤੁਸੀਂ ਇਵੋਲਵ ਹੋ ਕੇ ਨਾ ਨਿਕਲੋ ਤੇ ਕੋਈ ਪਰਪਸ ਨਹੀਂ ਰਿਹਾ। ਸੋ ਇਵੋਲੂਸ਼ਨ ਵਾਸਤੇ ਤੁਸੀਂ ਕੀ ਕਰ ਸਕਦੇ ਹੋ ਤੇ ਕਿੰਨੇ ਐਫਰਟ ਕਰ ਸਕਦੇ ਹੋ, ਉਹਦੇ ਵਾਸਤੇ ਥੋੜਾ ਵਿਚਾਰ ਕਰੋ, ਇੱਕ ਦੋ ਸਟੈਪ ਲਓ, ਦੈਨ ਯੂ ਸੀ ਕਿ ਵੀ ਕੀ ਹੁੰਦਾ ਹੈ। ਜੀ ਰਵੀ ਜੀ, ਐਂਡ ਗੇਮ ਵੱਲ ਤੁਰਨ ਲਈ, ਸ਼ੁਰੂਆਤ ਕਰਨ ਲਈ ਮੈਡੀਟੇਸ਼ਨ ਦਾ ਪਹਿਲਾ ਟਿਪ ਜੇ ਕੋਈ ਅਗਲਾ ਆਪਣੇ ਘਰ ਦੇ ਵਿੱਚ ਹੀ ਕਰਨੀ ਚਾਹ ਰਿਹਾ? ਮੈਂ ਥੋੜ੍ਹਾ ਜਿਹਾ ਉਹਦੇ ਬਾਰੇ ਉਹ ਕਹਾਂਗਾ ਕਿ ਵੀ ਆਪਣੀ ਸੈਲਫ ਗਾਈਡਡ ਮੈਡੀਟੇਸ਼ਨਸ ਜਾਂ ਜਿਹੜੀਆਂ YouTube ਤੇ ਜਾਂ ਜੋ ਕਿਸੇ ਕੋਲੋਂ ਕੋਈ ਟਿਪ ਸੁਣ ਲਿਆ, ਇਟਸ ਨਾਟ ਵੈਰੀ ਹੈਲਪਫੁਲ। ਮੇਰਾ ਤਾਂ ਇਹੀ ਹੋਏਗਾ ਕਿ ਵੀ ਤੁਸੀਂ ਕੋਈ ਗਾਈਡਡ ਟੀਚਰ ਲਵੋ ਜਿਹੜਾ ਤੁਹਾਡੇ ਨਾਲ ਮਿਲ ਕੇ ਕੰਮ ਕਰੇ। ਉਹਦੇ ਵਾਸਤੇ ਤੁਸੀਂ ਚਾਹੇ ਐਫਰਟ ਜ਼ਿਆਦਾ ਤੁਹਾਨੂੰ ਕਰਨਾ ਪਵੇ। ਤੁਸੀਂ ਜੇ ਜਿਮ 'ਚ ਵੀ ਪਹਿਲੀ ਵਾਰ ਜਾਓਗੇ ਤੇ ਕਿਸੇ ਪਰਸਨਲ ਟ੍ਰੇਨਰ ਕੋਲ ਤੋਂ ਪੁੱਛੋਗੇ ਕਿ ਵੀ ਆਹ ਮਸ਼ੀਨ ਕਿੱਦਾਂ ਚੱਲਦੀ ਹੈ, ਜਾਂ ਉਹਨੂੰ ਹਫਤਾ 2 ਹਫਤਾ ਅੰਗੇਜ ਕਰਕੇ ਰੱਖੋਗੇ। ਸੋ ਇੱਕ ਅੱਛਾ ਗਾਈਡ ਲੱਭੋ, ਉਹਦੇ ਉੱਤੇ ਥੋੜ੍ਹਾ ਐਫਰਟ ਕਰੋ। ਆਪਣੇ ਆਪ ਜੇ ਤੁਸੀਂ ਕਰੋਗੇ ਤਾਂ ਉਹਦਾ ਸ਼ਾਇਦ ਕਈ ਵਾਰੀ ਨੁਕਸਾਨ ਵੀ ਹੁੰਦਾ ਔਰ ਮੋਟੀਵੇਸ਼ਨ ਫਿਰ ਨਹੀਂ ਨਿਕਲ ਕੇ ਆਉਂਦੀ। ਜੇ ਤੁਸੀਂ ਸੋਚ ਲਿਆ, ਆਪਣਾ ਅੰਦਰੋਂ ਕਰੂਸੇਡ ਬਣਾ ਲਿਆ, ਬੀੜਾ ਚੱਕ ਲਿਆ ਕਿ ਮੈਂ ਆਪਣੇ ਉੱਤੇ ਕੰਮ ਕਰਨਾ, ਤਾਂ ਫਾਈਂਡ ਏ ਰਾਈਟ ਗਾਈਡ। ਸੋ ਦੈਟ ਵੁੱਡ ਬੀ ਮਾਈ ਪਾਰਟਿੰਗ ਐਡਵਾਈਸ। ਤੇ ਆਰਟ ਆਫ ਜੀ ਰਵੀ ਜੀ, ਆਰਟ ਆਫ ਲਿਵਿੰਗ ਦੇ ਡਿਜੀਟਲ ਏਰਾ ਦੇ ਵਿੱਚ ਕੋਈ ਕੋਰਸਿਸ ਹੈਗੇ ਨੇ ਜਿਹੜੇ ਜੀ ਲੋਕ ਸੁਣ ਸਕਦੇ ਨੇ ਜਾਂ ਦੇਖ ਸਕਦੇ ਨੇ ਤੇ ਉਹਨੂੰ ਫੋਲੋ ਕਰ ਸਕਦੇ ਨੇ? ਐਬਸੋਲੂਟਲੀ। ਅੱਜ ਕੱਲ੍ਹ ਕਿਉਂਕਿ ਕੋਵਿਡ ਕਰਕੇ ਕਾਫੀ ਇਹ ਕਰਨਾ ਵੀ ਪਿਆ ਸੀਗਾ ਔਰ ਜ਼ਰੂਰਤ ਵੀ ਸੀਗੀ। ਸੋ ਜਿਹੜੇ ਮੈਂ ਜਿਹਨਾਂ ਇੰਟਰੋਡਕਟਰੀ ਵਰਕਸ਼ਾਪਸ ਦੀ ਗੱਲ ਕੀਤੀ ਜਿਹੜੀਆਂ ਫ੍ਰੀ ਹੁੰਦੀਆਂ ਨੇ, ਉਹ ਔਨਲਾਈਨ ਵੀ ਹੁੰਦੀਆਂ ਨੇ। ਤੁਸੀਂ ਗੂਗਲ ਕਰ ਸਕਦੇ ਹੋ, ਇੰਡੀਆ 'ਚ ਵੀ ਹੈਗੀਆਂ, ਅਮਰੀਕਾ, ਕੈਨੇਡਾ, ਆਲ ਓਵਰ ਦਾ ਵਰਲਡ ਹੈਗੀਆਂ। ਐਂਡ ਤੁਸੀਂ ਆਪਣੇ ਟਾਈਮ ਜ਼ੋਨ ਦੇ ਹਿਸਾਬ ਸੇ ਫੇਸਬੁੱਕ 'ਤੇ ਇਵੈਂਟ, ਕੈਨੇਡਾ ਦੇ ਵਿੱਚ ਇਵੈਂਟ ਬ੍ਰਾਈਟ 'ਤੇ ਜਾ ਕੇ ਦੇਖ ਲਓ। ਔਨਲਾਈਨ ਵਰਕਸ਼ਾਪਸ ਜਿਹੜੀਆਂ ਫ੍ਰੀ ਨੇ ਉਹ ਇੰਟਰੋਡਕਟਰੀ ਵਰਕਸ਼ਾਪਸ ਨੇ। ਉੱਥੋਂ ਤੁਹਾਨੂੰ ਪਤਾ ਲੱਗੇਗਾ ਕਿ ਵੀ ਆਰਟ ਆਫ ਲਿਵਿੰਗ ਦੇ ਕਿਹੜੀਆਂ ਵਰਕਸ਼ਾਪ ਤੁਹਾਡੇ ਵਾਸਤੇ ਠੀਕ ਨੇ, ਔਰ ਉਹ ਬਹੁਤ ਸਾਰੀਆਂ ਵਰਕਸ਼ਾਪ ਉਹ ਵੀ ਔਨਲਾਈਨ ਅਵੇਲੇਬਲ ਨੇ। ਸੋ ਇਹਨਾਂ ਦਾ ਜਿਹੜਾ ਮੇਨ ਫਾਊਂਡੇਸ਼ਨ ਕੋਰਸ ਹੈ, ਜਿਹਨੂੰ ਅਸੀਂ ਹੈਪੀਨੈਸ ਪ੍ਰੋਗਰਾਮ ਵੀ ਕਹਿੰਦੇ ਹਾਂ, ਸਕਾਈ ਬ੍ਰੈਥ ਮੈਡੀਟੇਸ਼ਨ ਵਰਕਸ਼ਾਪ ਵੀ ਕਹਿੰਦੇ ਹਾਂ, ਉਹ ਵੀ ਔਨਲਾਈਨ ਅਵੇਲੇਬਲ ਨੇ। ਸੋ ਯੈਸ, ਆਲ ਥੀਸ ਥਿੰਗਸ ਆਰ ਅਵੇਲੇਬਲ ਔਨਲਾਈਨ। ਸੋ ਬਹੁਤ ਧੰਨਵਾਦ ਰਵੀ ਜੀ। ਜਾਂਦੇ ਜਾਂਦੇ ਇੱਕ ਸਵਾਲ ਹੋਰ ਜ਼ਿਹਨ ਦੇ ਵਿੱਚ ਆ ਜਾਂਦਾ ਆ, ਤੁਹਾਡੇ ਮੈਂਟੋਰ ਨੇ ਜੀ ਸ਼੍ਰੀ ਰਵੀ ਸ਼ੰਕਰ ਜੀ, ਉਹਨਾਂ ਦੀ ਸਭ ਤੋਂ ਖੂਬਸੂਰਤ ਗੱਲ ਤੁਹਾਨੂੰ ਕੀ ਲੱਗਦੀ ਹੈ ਉਹ ਦੱਸ ਦਿਓ, ਤੇ ਉਸ ਤੋਂ ਬਾਅਦ ਅਸੀਂ ਤੁਹਾਨੂੰ ਅੱਜ ਦਰਸ਼ਕਾਂ ਦੇ ਜਿਹੜਾ ਰੂਬਰੂ ਕੀਤਾ ਉਹਦੇ ਲਈ ਅਸੀਂ ਤੁਹਾਡਾ ਧੰਨਵਾਦ ਕਰਾਂਗੇ। ਮੇਰੇ ਕੋਲ ਤਾਂ ਬਹੁਤ ਕੁਛ ਹੈ ਦੱਸਣ ਨੂੰ। ਮੈਨੂੰ ਇਹ ਸਵਾਲ ਜੋ ਬੜਾ ਸਭ ਤੋਂ ਮਧੁਰ ਸਵਾਲ ਹੈ ਤੁਹਾਡਾ, ਕਿਉਂਕਿ ਇੰਨਾ ਕੁਛ ਹੈ ਉਹਨਾਂ ਦੇ ਬਾਰੇ ਗੱਲ ਕਰਨ ਨੂੰ, ਇੰਨਾ ਕੁਛ ਦੱਸਣ ਦਾ ਬਹੁਤ ਕੁਛ ਹੈ। ਤਾਂ ਇੱਕ ਗੱਲ ਜਿਹੜੀ ਸਵੀਟ ਕੀ ਹੋ ਸਕਦੀ ਹੈ ਉਹ ਤਾਂ ਬਹੁਤ ਮੁਸ਼ਕਿਲ ਹੋਏਗਾ। ਮੇਰਾ ਪਰਸਨਲ ਐਕਸਪੀਰੀਅੰਸ ਇਹ ਰਿਹਾ ਹੈ ਕਿ ਵੀ ਮੈਂ ਜਦੋਂ ਪਹਿਲੀ ਵਾਰੀ ਉਹਨਾਂ ਦੇ ਸਨਿਧਿਆ 'ਚ ਬੈਠਿਆ ਸੀਗਾ ਤਾਂ ਮੈਂ ਬਹੁਤ ਸੋਚਿਆ ਸੀਗਾ ਮੈਂ ਆਹ ਸਵਾਲ ਪੁੱਛਾਂਗਾ, ਉਹ ਸਵਾਲ ਪੁੱਛਾਂਗਾ, ਪਰ ਉਹਨਾਂ ਦੀ ਪ੍ਰੈਜ਼ੈਂਸ ਜਾ ਕੇ ਤੁਸੀਂ ਸਪੀਚਲੈਸ ਹੋ ਜਾਂਦੇ ਹੋ ਅਤੇ ਕੁਐਸਚਨਲੈਸ ਹੋ ਜਾਂਦੇ ਹੋ। ਔਰ ਉਹ ਮੇਰੇ ਇਕੱਲੇ ਦਾ ਹੀ ਨਹੀਂ ਸੀਗਾ ਐਕਸਪੀਰੀਅੰਸ, ਇਹ ਜੋ ਵੀ ਉਹਨਾਂ ਕੋਲ ਜਾ ਕੇ ਬਹਿ ਕੇ ਵਾਪਸ ਆਉਂਦਾ, ਉਹਨਾਂ ਨੂੰ ਜਿੰਨੇ ਵੀ ਕੁਐਸਚਨ ਉਹਨਾਂ ਦਾ ਆਂਸਰ ਆਟੋਮੈਟਿਕਲੀ ਮਿਲ ਜਾਂਦਾ
ਤੇ ਪੁੱਛਣ ਦਾ ਕੋਈ ਦਿਲ ਹੀ ਨਹੀਂ ਕਰਦਾ। ਉਹਦਾ ਜਿਹੜਾ ਸਾਨਿਧਿਆ ਮਿਲਣਾ ਆਪਣੇ ਆਪ 'ਚ ਬਹੁਤ ਵੱਡੀ ਗੱਲ ਹੈ। ਔਰ ਜੇ ਕਦੀ ਮਿਲ ਜਾਵੇ ਤੇ ਜਿਹੜੇ ਤੁਹਾਡੇ ਅੰਦਰ ਦਾ ਜਿਹੜਾ ਸਵੀਟ ਸਪੌਟ ਹੈ ਉਹਨੂੰ ਤੁਸੀਂ ਬਾਈ ਡਿਫਾਲਟ ਨੈਚੁਰਲੀ ਤੁਸੀਂ ਟੱਚ ਕਰਕੇ ਆਉਂਦੇ ਹੋ ਐਂਡ ਬੜੀ ਦੇਰ ਤੱਕ ਉੱਦਾਂ ਹੀ ਤੁਸੀਂ ਪ੍ਰਫੁੱਲਿਤ ਰਹਿੰਦੇ ਹੋ। ਸੋ ਉਹ ਤਾਂ ਉਹਨਾਂ ਦੇ ਚਿਹਰੇ 'ਤੇ ਤਾਂ ਮੁਸਕਾਨ ਹੈਗੀ ਹੈ, ਐਵਰ ਲਾਸਟਿੰਗ ਸਮਾਈਲ, ਬਟ ਪ੍ਰੈਜ਼ੈਂਸ ਜਿਹੜੀ ਹੈ ਉਹਨਾਂ ਦੀ ਜਿਹੜੀ ਹੈ, ਜੇ ਹੋ ਸਕੇ ਤਾਂ ਕਦੀ ਡੈਫੀਨੇਟਲੀ ਜਾ ਕੇ ਉਹਨਾਂ ਕੋਲ ਬੈਠੋ, ਨਹੀਂ ਤਾਂ ਉਹਨਾਂ ਦਾ ਆਨਲਾਈਨ ਕੋਈ ਸਤਸੰਗ ਸੁਣੋ ਜਾਂ ਉਹਨਾਂ ਦੀ ਕੋਈ ਵੀ ਨੌਲੇਜ ਸੀਰੀਜ਼ ਹੈ ਉਹ ਸੁਣੋ। ਇਟ ਸ਼ੁੱਡ ਡੈਫੀਨੇਟਲੀ ਹੈਲਪ ਯੂ। ਜੀ ਜੀ, ਸੋ ਬਹੁਤ ਧੰਨਵਾਦ ਰਵੀ ਵਿਰਕ ਜੀ ਤੁਹਾਡਾ ਅੱਜ ਸਾਡੇ ਦਰਸ਼ਕਾਂ ਨੂੰ ਉਹ ਟਿਪਸ ਦੇਣ ਲਈ ਜਿਹੜੇ ਕਿ ਅਸਲ ਦੇ ਵਿੱਚ ਚਾਹੀਦੇ ਨੇ। ਅਦਰਵਾਈਜ਼ ਅਸੀਂ ਕਈ ਪ੍ਰੋਗਰਾਮ ਕਰਦੇ ਹਾਂ ਜੀ, ਰੀਅਲ ਐਸਟੇਟ ਦੇ ਵੀ ਕਰਦੇ ਹਾਂ, ਇਮੀਗ੍ਰੇਸ਼ਨ ਦੇ ਵੀ ਕਰਦੇ ਹਾਂ, ਸੋ ਉਹ ਵਪਾਰਕ ਹੁੰਦੇ ਨੇ। ਬਟ ਇਹ ਜਿਹੜਾ ਐਪੀਸੋਡ ਹੈ ਮੈਨੂੰ ਲੱਗਦਾ ਦਰਸ਼ਕਾਂ ਨੂੰ ਬਹੁਤ ਜ਼ਿਆਦਾ ਪਸੰਦ ਆਉਣਾ ਚਾਹੀਦਾ ਆ। ਅਤੇ ਦਰਸ਼ਕੋ ਅਸੀਂ ਚਾਹਾਂਗੇ ਕਿ ਜੇ ਤੁਸੀਂ ਆਪਣੀ ਜ਼ਿੰਦਗੀ ਨੂੰ ਸਵਾਰਨਾ ਚਾਹੋਗੇ ਤਾਂ ਜ਼ਰੂਰ, ਚਾਹੇ ਆਪਣੇ ਧਰਮ ਦੇ ਵਿੱਚ ਹੀ, ਚਾਹੇ ਕਿਸੇ ਨੂੰ ਵੀ ਫੋਲੋ ਕਰੋ, ਪਰ ਸਿੱਧੇ ਰਸਤੇ ਆਉਣਾ ਸ਼ੁਰੂ ਕਰ ਦਈਏ ਅਸੀਂ ਸਾਰੇ ਜਣੇ। ਅਤੇ ਇਹਦੇ ਨਾਲ ਹੀ ਅਸੀਂ ਰਵੀ ਜੀ ਦਾ ਇੱਕ ਵਾਰ ਫੇਰ ਦਰਸ਼ਕਾਂ ਵੱਲੋਂ ਵੀ ਸਾਡੇ ਰਵੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ। ਥੈਂਕ ਯੂ ਅਰਵਿੰਦਰ, ਥੈਂਕ ਯੂ ਫॉर ਹੈਵਿੰਗ ਮੀ। ਨਿਡਰ ਹਾਂ, ਨਿਰਪੱਖ ਰਹਾਂਗੇ, ਆਜ਼ਾਦ ਹਾਂ, ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ, ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ। ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ। ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ। ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ। ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ। ਖੋਲਾਂਗੇ ਅੰਦਰੂਨੀ ਰਾਜ। ਬਣਾਂਗੇ ਬੁਲੰਦ ਆਵਾਜ਼। ਖੇਡ, ਸਿੱਖਿਆ, ਸਿਹਤ, ਖੇਤੀ ਦੀ ਬਾਤ ਪਾਵਾਂਗੇ। ਹਰ ਪਿੰਡ, ਹਰ ਸ਼ਹਿਰ ਜਾਵਾਂਗੇ। ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ। ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਝਾਤ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ? ਕੀ ਕਰਦੀ ਹੈ ਸਾਡੀ ਸਰਕਾਰ? ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ? D5 ਚੈਨਲ ਪੰਜਾਬੀ ਦੀ ਕਚਹਿਰੀ 'ਚ ਹੋਵੇਗੀ सिर्फ लोकां दी गल। धर्म, धरोहर, सेहत और संस्कृति की होगी बात। अब D5 चैनल हिंदी भी होगा सर। D5 चैनल पंजाबी, अपनी धरती, अपने लोक। सत श्री अकाल जी, मैं हाँ कुलराज रंधावा ते तुसी वेख रहे हो D5 चैनल पंजाबी, जिहड़ा लॉन्च हो चुका है हुण कैनेडा विच।